ਹੈਲੋ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੀ ਹੋਸਟ ਤੇ ਦੋਸਤ ਮੋਨੀ ਗਿੱਲ। ਸਤਿ ਸ਼੍ਰੀ ਅਕਾਲ, ਨਮਸਕਾਰ, अस्सलाम वालेकुम। ਮੈਂ ਹਾਂ ਕੁਲਦੀਪ ਗਿੱਲ ਤੇ ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ। ਜੀ ਮਿਸਟਰ ਔਰ ਮਿਸਿਸ ਗਿੱਲ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੀ ਸਾਡੀ ਆਡੀਅנס ਹੈ ਉਹਨਾਂ ਨੂੰ ਵੀ ਆਪਣੇ ਨਾਲ ਚਿਲ ਕਰਾਈਏ ਔਰ ਅੱਜ ਜਿਹੜੇ ਸਾਡੇ ਮੁਸਲਿਮ ਭੈਣ ਭਰਾ ਨੇ ਅਰਾਊਂਡ ਦਾ ਵਰਲਡ ਉਹਨਾਂ ਸਾਰਿਆਂ ਵਾਸਤੇ ਇੱਕ ਬੜੀ ਚਿਲਿੰਗ ਆਰਟਿਸਟ ਪਰਫਾਰਮੈਂਸ ਲੈ ਕੇ ਆ ਰਹੇ ਸਭ ਹਾਂ। ਤੋਂ ਪਹਿਲਾਂ ਸਾਰਿਆਂ ਨੂੰ ਈਦ ਮੁਬਾਰਕ ਹੋਵੇ ਜੀ ਈਦ ਮੁਬਾਰਕ ਸਾਰਿਆਂ ਨੂੰ। ਮਾਈ ਟੀਵੀ ਵੱਲੋਂ ਤੁਹਾਨੂੰ ਈਦ ਤੇ ਇੱਕ ਤੋਹਫਾ ਦਿੱਤਾ ਜਾ ਰਿਹਾ ਹੈ। ਇਹ ਜਿਹੜਾ ਫਨਕਾਰ ਹੈ ਇਹ ਵਾਕਈ ਸੰਗੀਤ ਲਈ ਇੱਕ ਤੋਹਫਾ ਹੈ। ਹੀ ਇਜ਼ ਅ ਗਿਫਟ ਟੂ ਮਿਊਜ਼ਿਕ। ਬਿਲਕੁਲ ਔਰ ਮੈਨੂੰ ਬੜਾ ਪ੍ਰਾਊਡ ਹੈ ਕਿਉਂਕਿ ਸਾਡੇ ਆਨ ਬਾਨ ਸ਼ਾਨ ਨੇ ਪੰਜਾਬ ਦੀ ਤੇ ਇਹਨਾਂ ਦਾ ਮੈਂ ਸਵਾਗਤ ਵੀ ਕਰ ਲਵਾਂ। ਬਹੁਤ ਬਹੁਤ ਸਵਾਗਤ ਹੈ ਮਾਈ ਟੀਵੀ ਤੇ ਸੁਰਿੰਦਰ ਖਾਨ ਜੀ ਦਾ। ਸੁਰਿੰਦਰ ਖਾਨ ਜੀ ਬਹੁਤ ਬਹੁਤ ਸਵਾਗਤ ਹੈ ਮਾਈ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਮਾਈ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਕਬੂਲ ਹੋਵੇ ਜੀ। ਥੈਂਕ ਯੂ ਜੀ। ਪਹਿਲੀ ਗੱਲ ਤੇ ਈਦ ਮੁਬਾਰਕ ਹੋਏ ਤੁਹਾਨੂੰ ਸਾਰਿਆਂ ਨੂੰ। ਮੁਬਾਰਕ ਪੂਰੀ ਦੁਨੀਆ ਦੇ ਸਿਰਫ ਮੁਸਲਮਾਨਾਂ ਨੂੰ ਨਹੀਂ, ਹਰ ਮੇਰੇ ਭੈਣ ਭਰਾ ਨੂੰ ਸਭ ਨੂੰ ਈਦ ਬਹੁਤ ਬਹੁਤ ਮੁਬਾਰਕ ਹੋਵੇ ਔਰ ਅੱਲਾਹ ਕਰੇ ਕਿ ਇਸ ਈਦ ਦੇ ਵਿੱਚ ਹਰ ਬੰਦੇ ਦੀਆਂ ਹਰ ਮਨੋਕਾਮਨਾ ਪੂਰੀਆਂ ਹੋਣ ਔਰ ਹਰ ਜਗ੍ਹਾ ਖੁਸ਼ਹਾਲੀ ਔਰ ਹਰ ਜਗ੍ਹਾ ਹਰਿਆਲੀ ਦੋਨੋਂ ਚੀਜ਼ਾਂ ਬਹੁਤ। और मैं दुआ करता है कि ਜਿਹੜੀ ਇਹ ਬਿਮਾਰੀ ਚੱਲੀ ਹੋਈ ਹੈ ਤੇ ਕੋਵਿਡ-19 ਤੋਂ ਬਹੁਤ ਜਲਦੀ ਛੁਟਕਾਰਾ ਮਿਲੇ ਔਰ ਮੈਂ ਹਮੇਸ਼ਾ ਇਹ ਦੁਆ ਕਰੂੰਗਾ। ਆਮੀਨ ਕਹਿ ਸਕਦੇ ਅਸੀਂ ਕਿ ਵਾਹਿਗੁਰੂ ਮਿਹਰ ਕਰੇ ਤੁਹਾਡੀ ਦੁਆ ਕਬੂਲ ਹੋਵੇ। ਬਹੁਤ ਬਹੁਤ ਥੈਂਕ ਯੂ ਕਿਉਂਕਿ ਤੁਹਾਡੇ ਵਰਗਾ ਫਨਕਾਰ ਜਿਵੇਂ ਮੈਂ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ ਕਿ ਤੁਸੀਂ ਇੱਕ ਗਿਫਟ ਹੋ ਤੇ ਇੱਕ ਗਿਫਟ ਦੇ ਰਹੇ ਹੋ ਲੋਕਾਂ ਨੂੰ ਬਟ ਲੇਕਿਨ ਤੁਸੀਂ ਸੰਗੀਤ ਜਗਤ ਦੀ ਗਿਫਟ ਹੋ। ਮਹਾਰਾਜ ਨੇ ਤੁਹਾਨੂੰ ਗਿਫਟ ਬਣਾ ਕੇ ਥੱਲੇ ਭੇਜਿਆ ਹੈਗਾ। ਵਾਹ ਵਾਹ ਵਾਹ। ਕਿਉਂਕਿ ਅਸਲ 'ਚ ਮੈਂ ਤੁਹਾਡੇ ਸ਼ੋਅ ਤੋਂ ਪਹਿਲਾਂ ਮੈਂ ਤੁਹਾਡੇ ਨਾਮ ਦੀ ਰਿਸਰਚ ਕਰ ਰਿਹਾ ਸੀਗਾ ਤੇ ਮੈਂ ਸੁਰਿੰਦਰ ਸਿੰਘ ਸੁਣੇ ਨੇ, ਸੁਰਿੰਦਰ ਖਾਨ ਸ਼ਰਮੇ ਸੁਣੇ ਨੇ, ਲੇਕਿਨ ਸੁਰਿੰਦਰ ਖਾਨ ਪਹਿਲੀ ਵਾਰੀ ਸੁਣਿਆ ਔਰ ਅਸਲ 'ਚ ਸੁਰਿੰਦਰ ਦਾ ਮਤਲਬ ਹੈ ਕਿੰਗ ਆਫ ਕਿੰਗ। ਓਏ ਹੋਏ ਕੀ ਬਾਤ। ਔਰ ਜਦੋਂ ਮੈਂ ਤੁਹਾਡੀ ਗਜ਼ਲਾਂ ਸੁਣੀਆਂ ਤੇ ਟਰਸਟ ਵੀ ਇਹ ਨਾਂ ਤੁਹਾਨੂੰ ਮਹਾਰਾਜ ਨੇ ਤੁਹਾਡੇ ਮਾਪੇ ਨੇ ਜੋ ਦਿੱਤਾ ਸੋਚ ਸਮਝ ਕੇ ਦਿੱਤਾ ਹੈਗਾ ਸਰ। ਬੜੇ ਬਾਣੀ ਜੀ ਦੁਆਵਾਂ ਨੇ ਬਸ ਇਹ ਤੁਸੀਂ ਕਹਿ ਲਓ ਕਿ ਗਾਣਾ ਜਿਵੇਂ ਗੁਰਬਾਣੀ ਵਿੱਚ ਲਿਖਿਆ ਹੋਇਆ ਕਿ ਮੇਰਾ ਮੁਝੇ ਕੁਛ ਨਹੀਂ ਜੋ ਪਿੱਛੇ ਸੇ ਇਹ ਸਾਰਾ ਦਿੱਤਾ ਹੋਇਆ ਉਸ ਪਰਮਾਤਮਾ ਦਾ ਉਸ ਨਿਰੰਕਾਰ ਵਾਹਿਗੁਰੂ ਦਾ ਦਿੱਤਾ ਹੋਇਆ। ਮੇਰਾ ਆਪਣਾ ਇਹਦੇ ਵਿੱਚ ਕੁਝ ਵੀ ਨਹੀਂ ਹੈ। ਉਸ ਸਾਧਨ ਦੀ ਦੁਆਵਾਂ ਦੀ ਸਦਕਾ ਹੀ ਗਾਣਾ ਆ ਸਕਦਾ ਨਹੀਂ ਤੇ ਆ ਨਹੀਂ ਸਕਦਾ। ਵਾਹ ਵਾਹ। ਤੇ ਜਿਹੜੀ ਵੀ ਸਾਡੀ ਆਡੀਅנס ਸਾਡੇ ਨਾਲ ਜੁੜ ਚੁੱਕੀ ਹੈ ਗਾਇਸ ਦੱਸੋ ਐਵਰੀਥਿੰਗ ਇਜ਼ ਲੁਕਸ ਗੁੱਡ। ਮਜ਼ਾ ਆ ਰਿਹਾ ਹੈ। ਕਮੈਂਟਸ ਔਰ ਆਪਣੀ ਫਰਮਾਇਸ਼ਾਂ ਤੁਸੀਂ ਦੱਸ ਸਕਦੇ ਹੋ ਕਿਉਂਕਿ ਸਾਡੇ ਕੋਲ ਓਨਲੀ 1 ਆਵਰ ਹੈ ਤੇ ਅਸੀਂ ਕੋਸ਼ਿਸ਼ ਕਰਨਾ ਹੈ ਕਿ 1 ਆਵਰ 'ਚ ਜਿੰਨਾ ਇਹਨਾਂ ਤੋਂ ਗਿਫਟ ਇਹਨਾਂ ਦਾ ਤੋਹਫਾ ਲੈ ਸਕੀਏ ਤੁਹਾਡੇ ਸਾਰਿਆਂ ਵਾਸਤੇ ਉਹ ਕੋਸ਼ਿਸ਼ ਕਰਾਂਗੇ ਇਸ ਟਾਈਮ ਦੇ ਵਿੱਚ ਪੂਰਾ ਕਰ ਸਕੀਏ। ਇੰਨੇ ਬਿਜ਼ੀ ਆਰਟਿਸਟ ਨੇ, ਇੰਨੇ ਬਿਜ਼ੀ ਨੇ ਕਿ ਇਹਨਾਂ ਦਾ ਵੈਸੇ ਇਹਨਾਂ ਦੇ ਦਰਸ਼ਨ ਹੀ ਹੋ ਜਾਂਦੇ ਬਹੁਤ ਵੱਡੀ ਗੱਲ ਹੈ। ਸਾਨੂੰ 1 ਘੰਟਾ ਦੇ ਰਹੇ ਨੇ, ਇਸ ਤੋਂ ਵੱਡਾ ਕੀ ਹੋ ਸਕਦਾ। ਤੇ ਆਪਾਂ ਗੱਲਾਂ 'ਚ ਤੁਹਾਡੇ ਨਾਲ ਜਿਹੜੇ ਤਬਲੇ ਤੇ ਬੈਠੇ ਨੇ ਇਹਨਾਂ ਦਾ ਤਾਰੂਫ ਕਰਾ ਦਿਓ ਥੋੜਾ ਜਿਹਾ। ਜੀ ਇਹ ਮੇਰਾ ਬੱਚਾ ਹੈ ਜੀ, ਮੇਰਾ ਬਹੁਤ ਹੀ ਪਿਆਰਾ ਛੋਟਾ ਵੀਰ ਹੈ। ਇਹਨਾਂ ਦਾ ਨਾਮ ਹੈ ਜੋਸ਼ਨ। ਰੋਸ਼ਨ। ਹਾਂਜੀ, ਅਰਪਿਤ ਜੋਸ਼ਨ ਇਹਨਾਂ ਦਾ ਨਾਮ ਹੈ ਔਰ ਬਹੁਤ ਕਮਾਲ ਦੇ ਆਰਟਿਸਟ ਨੇ। ਡਰਮ ਸੈਟ ਵੀ ਹੋ ਜਾਂਦੇ ਨੇ ਔਰ ਤਬਲਾ ਵੀ ਹੋ ਜਾਂਦੇ ਨੇ ਔਰ ਹਰ ਦੇ ਨਾਲ ਉਹ ਜਾਂਦੇ ਨੇ। ਬਹੁਤ ਲੱਕੀ ਹੋ ਕਿਉਂਕਿ ਸੁਰਿੰਦਰ ਖਾਨ ਜੀ ਸਾਡੇ ਜਿੱਦਾਂ ਮੈਂ ਦੱਸਿਆ ਸਾਡੇ ਇੰਡੀਆ ਦੀ ਆਨ-ਬਾਨ ਸ਼ਾਨ ਨੇ। ਤੁਸੀਂ ਲੱਕੀ ਹੋ ਕਿ ਤੁਸੀਂ ਨਾਲ ਬੈਠੇ ਹੋ ਉਹਨਾਂ ਦੇ। ਇਹ ਛੋਟਾ ਵੀਰ ਹੈ ਔਰ ਬਹੁਤ ਪਿਆਰਾ ਇਨਸਾਨ। ਤੇ ਸਰ ਤੁਹਾਨੂੰ ਪੁੱਛਾਂਗੇ ਕਿ ਅੱਜ ਤੁਸੀਂ ਕਿਹਾ ਕਿ ਸੰਗੀਤ ਤੇ ਲੋ ਜੀ ਮੈਨੂੰ ਲੱਗਦਾ ਕੈਮਰਾ ਦੇ ਵਿੱਚ ਕੁਛ ਨਾ ਕੁਛ ਚੇਂਜਸ ਹੋਏ ਨੇ ਤੇ ਜਦੋਂ ਤੱਕ ਉਹ ਠੀਕ ਹੁੰਦੇ ਨੇ ਆਪਾਂ ਜਿਹੜੀ ਸਾਡੀ ਆਡੀਅנס ਹੈ। ਮੈਂ ਜੋਤ ਪਾਰਸ ਜੀ ਇਸ ਵਾਚਿੰਗ विभा जी कैसी हैं आप? हेलो हाउ आर यू? विभा ਤੇ ਮੈਨੂੰ ਲੱਗਦਾ ਮਾਈ ਟੀਵੀ ਦੀ आप नंबर 1 फैन बनती जा रही हैं देख लो। मैं भी वेट करता हूं कि विभा कदों लाइन पे आएगी। मियां मल्हार जी, हाय पंडित ओमकार जी वाचिंग। ये कुछ नाम इतने खास हैं जो हम ले रहे हैं कि सारे हमें फॉलो करते हैं। मैं हिंदी उर्दू क्यों बोल रही हूं आई डोंट नो। एक जुलेखा मनकताला आवाज क्लियर नहीं जी। आवाज क्लियर नहीं आ रही? ओके कोशिश करते हैं। मौसम मोनी जी चले रिक्वेस्ट करते हैं शायद अब दोबारा कनेक्शन लग रहा है क्लियर आ जाए। डॉली दीदी पता जी हम तो याद हो गया ना। सत श्री अकाल डॉली दीदी जी।
ਤੁਸੀਂ ਲਿਖਿਆ one of my favorite ਸੁਰੀਲੇ singer my brother ਡੋਲੀ ਕਨਵਰ। ਜੀ ਬਿਲਕੁਲ ਸਾਡੇ ਸਾਰਿਆਂ ਦੇ ਫੇਵਰੇਟ ਨੇ ਸੁਰਿੰਦਰ ਜੀ। ਔਰ ਮੈਂ ਬੜੇ ਟਾਈਮ ਤੋਂ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਸੀ ਕਿ ਮੈਂ ਇਹਨਾਂ ਨਾਲ ਰਾਬਤਾ ਕਰ ਸਕਾਂ। ਇੰਡੀਆ ਵੀ ਮੈਂ ਗਈ, ਇਹਨਾਂ ਦੇ ਜਿਹੜੇ ਰਿਲੇਟਿਵ ਨੇ ਜੀ ਖਾਨ, ਉਹਨਾਂ ਨਾਲ ਮੁਲਾਕਾਤ ਹੋਈ, ਪਰ ਇਹਨਾਂ ਨਾਲ ਹੋ ਨਹੀਂ ਪਾਈ ਕਿਉਂਕਿ ਹੀ ਇਜ਼ ਆਲਵੇਜ਼ ਬਿਜ਼ੀ। ਜਿੱਦਾਂ ਮੈਂ ਦੱਸਿਆ ਸਾਡੇ ਪੰਜਾਬ ਦੀ ਆਨ ਬਾਨ ਸ਼ਾਨ ਨੇ, ਔਰ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਇਸ ਤਰ੍ਹਾਂ ਦਾ ਫਨਕਾਰ, ਕਿਉਂਕਿ ਅਸੀਂ ਤਾਂ ਇਹਨਾਂ ਦੇ ਫੈਨ ਆ, ਮੁਰੀਦ ਹੈ ਇਹਨਾਂ ਦੇ। ਜਿਹੜਾ ਵੀ ਅੱਛਾ ਗਾਇਕ ਹੈ, ਅਸੀਂ ਐਜ਼ ਏ ਆਡੀਅנס ਕਹਿ ਲਓ ਜਾਂ ਐਜ਼ ਏ ਲਿਸਨਰ ਕਹਿ ਲਓ, ਅਸੀਂ ਜਿਹੜਾ ਕੋਈ ਅੱਛਾ ਗਾਉਂਦਾ ਅਸੀਂ ਉਹਨਾਂ ਦੇ ਫੈਨ ਆ। ਔਰ ਸਪੈਸ਼ਲੀ ਜਦੋਂ ਉਹ ਸਾਡੇ ਦੇਸ਼ ਤੋਂ, ਸਾਡੇ ਪਿੰਡ ਦਾ ਹੋਵੇ ਤੇ ਉਹ ਜ਼ਿਆਦਾ ਮਜ਼ਾ ਆਉਂਦਾ ਹੈ। ਇੱਦਾਂ ਲੱਗਦਾ ਹੈ ਕਿ ਆਪਣਾ ਹੀ ਹੈ। ਲੇਕਿਨ ਅਸੀਂ ਇੱਥੇ ਅਮਰੀਕਾ ਬੈਠੇ ਹਾਂ ਪਰਦੇਸ 'ਚ, ਸਾਡੇ ਲਈ ਹਰ ਦੇਸੀ ਸਾਡਾ ਆਪਣਾ ਹੈ। ਬਿਲਕੁਲ, ਚਾਹੇ ਹਿੰਦੁਸਤਾਨ ਦਾ ਹੈ, ਚਾਹੇ ਪਾਕਿਸਤਾਨ ਦਾ ਹੈ, ਚਾਹੇ ਬੰਗਲਾਦੇਸ਼ ਦਾ ਹੈ, ਚਾਹੇ ਨੇਪਾਲ ਦਾ। ਤੇ ਲੋ ਜੀ ਅਸੀਂ ਕੋਲ ਦੁਬਾਰਾ ਲਗਾਉਂਦੇ ਹਾਂ। ਰਾਹੁਲ ਜੀ ਜੈ ਮਾਤਾ ਦੀ, ਜੈ ਮਾਤਾ ਦੀ ਬ੍ਰਦਰ। ਬੜੀ ਖੁਆਇਸ਼ ਹੈ ਵੈਸ਼ਨੋ ਦੇਵੀ ਆਉਣ ਦੀ, ਤੇ जिस दिन आए सर तानु दुआ करो कि जल्दी दर्शन हो और आपसे रूबरू मिल सके, आमने सामने मिल सके। उमर इकबाल भट्टी सलाम बोथ ऑफ यू। सलाम जी और ईद मुबारक सबको। मुबारक भट्टी साहब। और बताएं कि क्या बकरों की शॉपिंग हो गई है ईद में, क्योंकि बकरा ईद है और हमारे बहुत सारे फ्रेंड्स हैं यूएसए में भी जो हमें हमेशा बुलाते थे या देने आते ईदी कह लो, या फिर गोट मीट हमें देने आते थे। तो लेकिन ये कोरोना वायरस की वजह से सब गड़बड़ हुआ है, पर चलो बस वाहिगुरु करे कि सब अच्छा ही हो। अच्छा ही होगा जी, कोशिश करें कॉल हम लगाए अच्छे तो सब अच्छे। जोमनजोत पारस जी नाइस, वाह थैंक यू जोमनजोत। और ਮੈਨੂੰ ਯਾਦ ਹੈ ਕਿ ਮੈਂ ਬੰਬੇ ਦਾ, ਤੇ ਬੰਬੇ 'ਚ ਹਰ ਧਰਮ ਦਾ ਬੰਦਾ, ਹਰ ਦੇਸ਼ ਦਾ ਬੰਦਾ ਹੀ ਰਹਿ ਰਿਹਾ ਬੰਬੇ 'ਚ। ਸੋ ਸਾਡੇ ਬਹੁਤ ਹੀ ਮੁਸਲਿਮ ਫਰੈਂਡ ਸੀਗੇ, ਐਂਡ ਅਸੀਂ ਵੇਟ ਕਰਦੇ ਹੁੰਦੇ ਸੀ ਈਦ 'ਤੇ ਕਿ ਅਸੀਂ ਜਾਈਏ, ਬਕਰੀ ਈਦ 'ਤੇ ਜਾ ਕੇ ਬਿਰਿਆਨੀ ਖਾਈਏ, ਤੇ ਦੂਜੀ ਈਦ 'ਤੇ ਜਾ ਕੇ ਸੇਵੀਆਂ ਖਾਈਏ। ਤੇ ਬਿਲਕੁਲ। ਤੇ ਕੁਲਦੀਪ, ਜਦੋਂ ਤੱਕ ਅਸੀਂ ਉਹਨਾਂ ਨੂੰ ਲਾਈਨ ਤੇ ਪਾਉਂਦੇ ਹਾਂ, ਮੈਂ ਕਿਉਂ ਨਾ ਜਿਹੜੀ ਸਾਡੀ ਆਡੀਅנס ਹੈ ਮਿੰਟਮ ਉਹਨਾਂ ਨੂੰ ਐਡਵਰਟਾਈਜ਼ ਹੀ ਦਿਖਾ ਦਿਆਂ। ਕੀ ਖਿਆਲ ਹੈ? ਤਾਂ ਕਿ ਅਸੀਂ ਸਾਊਂਡ ਵੀ ਟੈਸਟ ਕਰ ਲਈਏ, ਖਾਨ ਸਾਹਿਬ ਦੇ ਨਾਲ ਮਿਲ ਕੇ ਦੇਖੀਏ ਕੀ ਹੋਇਆ। ਔਰ ਮੈਨੂੰ ਧੜਮ ਕਰਕੇ ਕੁਝ ਸਾਊਂਡ ਆਇਆ ਸੀ, ਮੈਨੂੰ ਲੱਗਦਾ ਕੈਮਰਾ ਨਾ ਜਾ ਡਿੱਗਿਆ ਹੋਵੇ ਤੇ ਫਿਰ ਉਹਨਾਂ ਨੂੰ ਫੋਨ ਚੇਂਜ ਕਰਨਾ ਪਏਗਾ। ਸੋ ਲੋ ਜੀ, ਇੱਕ ਛੋਟੀ ਜੀ ਕੋਸ਼ਿਸ਼ ਕਰਨੇ और फिर दोबारा आने, क्योंकि लाइव है ना, लाइव का मजा इसी करके आता है। नहीं तो सारी दुनिया कहती है आप रिकॉर्ड करके डालें, रिकॉर्डिंग च क्वालिटी भी बहुत अच्छी आती है, लेकिन जो मजा ऑडियंस नाल ਤੁਹਾਡੇ ਨਾਲ जुड़ के आता है, स्पेशली जब दौली दीदी ਨਾਲ ਗੱਲਾਂ ਕਰੀ ਦੀਆਂ ਨੇ, ਬਹੁਤ ਮਜ਼ਾ ਆਉਂਦਾ ਹੈ। ਅੱਜ ਉਹ ਹੋਇਆ ਕਿ ਇੱਕ ਵਾਰੀ ਕਿਸੇ ਦੇ ਘਰੇ ਕੋਈ ਮਹਿਮਾਨ ਆ ਰਿਹਾ ਸੀਗਾ, ਤੇ ਉਹ ਕਹਿੰਦਾ ਕਿ ਬੀਵੀ ਕੁਝ ਬਣਾਓ, ਤੇ ਉਹ ਕਹਿੰਦੀ ਮੈਂ ਤਾਂ ਕੁਝ ਨਹੀਂ ਬਣਾਇਆ, ਦਾਲ ਹੀ ਬਣਾਈ। ਤੇ ਉਹ ਕਹਿੰਦਾ ਮੈਂ ਦੋਸਤਾਂ ਨਾਲ ਬੈਠਾ ਹੋਊਂਗਾ ਤੇ ਤੂੰ ਅੰਦਰ ਇੱਕ ਪਤੀਲਾ ਸਿੱਟ ਦੇ, ਤੇ ਮੈਂ ਪੁੱਛੂੰਗਾ ਕੀ ਹੋਇਆ, ਤੂੰ ਕਹੀ ਜੀ ਉਹ ਬਟਰ ਚਿਕਨ ਡਿੱਗ ਗਿਆ। ਕਹਿੰਦਾ ਫਿਰ ਦੂਜਾ ਪਤੀਲਾ ਸਿੱਟੀ, ਤੇ ਮੈਂ ਪੁੱਛੂੰਗੀ ਕੀ ਹੋਇਆ, ਤੇ ਕਹੀਂ ਕਿ ਬਿਰਿਆਨੀ ਡਿੱਗੀ। ਤੇ ਕਹਿੰਦਾ ਮੈਂ ਤੈਨੂੰ ਗੁੱਸੇ 'ਚ ਪੁੱਛੂੰਗਾ ਕੁਝ ਹੈ, ਤੂੰ ਕਹੀਂ ਬਸ ਦਾਲ ਹੀ ਹੈ। ਕਹਿੰਦਾ ਫਿਰ ਦਾਲ ਹੀ ਲਿਆ। ਤੇ ਸਾਡੇ ਨਾਲ ਅੱਜ ਇਹ ਹੋਇਆ ਕਿ ਆਈ ਹੋਪ ਕਿ ਉਹਨਾਂ ਕੋਲ ਦੂਜਾ ਕੈਮਰਾ ਹੋਵੇ ਕਿ ਦਾਲ ਵਾਲਾ ਸਾਹਮਣੇ। नहीं, मोनी गिल है, मोनी गिल कुछ ना कुछ तोड़ निकालेगी। सो लो जी, एक छोटी जी ब्रेक लेने हैं और कितने ना जाना, वापस आना है, क्योंकि ही इज वन ऑफ द फाइनेस्ट सिंगर वी हैव। डोंट गो अवे। और लो जी, एडवर्टाइज देखते हैं। Ramji Astrologer. Everything begins with faith. We walk by faith, not by sight. Ramji is in the USA. Virginia offers reliable and practical astrology solutions to all of life's problems. Confidentiality promise. Phone number is 571-551-8142. Email is ramjiastrologer@yahoo.com. Hi, my name is Kuldeep Gill. I'm broker of Sky Realty. The reason we are so successful because client trust us. I've been doing this my whole life. My team is my wife, my office manager, and my agents. We look forward to earn your business, and we do speak your language. Thank you.
ਲੋ ਜੀ, ਖਾਨ ਸਾਹਿਬ ਆ ਗਏ ਨੇ ਔਨ 에ਅਰ ਤੇ ਜਰਾ ਪਾ ਲੈਣੇ ਆ ਉਹਨਾਂ ਨੂੰ ਔਰ ਬਹੁਤ ਬਹੁਤ क्षमा ਚਾਹਨੇ ਆ। ਕਹਿੰਦੇ ਨਾ ਸਬਰ का फल मीठा होता है। या सब्र का फल मीठा होता है। ਹਾਂਜੀ जी ਮਤਲਬ ਅੱਜ ਤੁਸੀਂ ਸਬਰ का फल मीठा होता है ना, ਅੱਜ ਉਹ ਕਹਾਵਤ ਸਾਬਿਤ ਕਰ ਦਿੱਤੀ ਹੈ। ਤੁਹਾਨੂੰ ਪਤਾ ਗਰਮੀਆਂ ਦਾ ਟਾਈਮ ਹੈ, ਗਰਮੀਆਂ ਦੇ ਵਿੱਚ ਨਾ ਜਿਹੜੀ ਲਾਈਟ ਹੈ ਉਹ ਫਲਕਚੁਏਟ ਹੁੰਦੀ ਰਹਿੰਦੀ ਹੈ। ਜੀ ਇਸ ਕਰਕੇ ਜੀ ਵਾਈਫਾਈ ਉਹ ਜਦੋਂ ਵਾਈਫਾਈ ਬੰਦ ਹੋ ਜਾਂਦਾ ਫਿਰ ਦੁਬਾਰਾ ਆਨ ਹੋਣ ਵੇਲੇ ਨੂੰ 2 ਮਿੰਟ ਲੱਗਦੇ। ਨੋ ਪ੍ਰੋਬਲਮ, ਅਸੀਂ ਜਦੋਂ ਵੀ ਬੰਦ ਹੋਇਆ ਸੀ ਦੁਬਾਰਾ ਕਾਲ ਕਰ ਲਵਾਂਗੇ। ਤੇ ਸੁਰਿੰਦਰ ਜੀ, ਪਹਿਲੀ ਗੱਲ ਤੇ ਮੈਨੂੰ ਇਹ ਦੱਸੋ ਕਿ ਅੱਜ ਦੇ ਪ੍ਰੋਗਰਾਮ ਦੇ ਆਗਾਜ਼ ਆਪਾਂ ਕਿਹੜੀ ਗਜ਼ਲ ਦੇ ਨਾਲ ਜਾਂ ਕਿਹੜੇ ਗੀਤ ਦੇ ਨਾਲ ਜਾਂ ਕਿਸ ਚੀਜ਼ ਦੇ ਨਾਲ ਕਰਨ ਲੱਗੇ ਆ? ਜੀ ਮੈਂ ਅੱਜ ਦੀ ਇਸ ਸ਼ਾਮ ਦੀ ਜਿਹੜੀ ਸ਼ਾਮੇ ਗਜ਼ਲ ਦਾ ਜਿਹੜਾ ਆਵਾਜ਼ ਹੈ ਉਹ ਮੈਂ ਕਰਨ ਜਾ ਰਿਹਾ। ਮੇਰੀ ਆਪਣੀ ਗਜ਼ਲ ਆਈਨਾ ਵਾਹ। ਜੋ ਕਿ हैदर नजमी साहब ने लिखी हुई है। बॉम्बे तो मेरे बहुत ही अच्छे दोस्त सी राइटर और वो दुनिया के नहीं रहे और उन्होंने बहुत सारी गज़लें जिन्हें उन्होंने जिंदा रख दी हैं। वाह इसी पर मैं अपनी शाम की शुरुआत करना चाहूँगा, इजाज़त दीजिए। जी, इरशाद। क्या बात। वाह। शेर ਤੁਹਾਡੇ ਲਈ ਔਰ ਜਿੰਨੇ ਵੀ ਮੇਰੇ ਦੋਸਤ ਮਿੱਤਰ ਮੈਨੂੰ ਚਾਹਣ ਵਾਲੇ ਮੈਨੂੰ ਦੇਖ ਰਹੇ ਨੇ ਉਹਨਾਂ ਦੇ ਲਈ ਸਪੈਸ਼ਲ ਸ਼ੇਰ ਲਿਖਣਾ इबादतों की तरह आहा। क्या बात। इबादतों की तरह मैं ये काम करता हूँ। मेरा उसूल है पहले सलाम करता करता हूँ। हूँ। दिल भी क्या चीज है, दिल भी क्या चीज है, एक पल में मचल जाता है। क्या बात। देखते देखते कई रंग बदल जाता है। अपने गम का अपने गम का तो इसे होता नहीं गम इतना। जब खुशी गैर की देखे तो ये जल जाता है। So, गजल की शिकना है। हाँ। क्या बात। जब भी मैं देखूं जुदा लगता है। जब भी मैं देखूं जुदा लगता है।
जब भी मैं देखूं जुदा लगता है तेरे दीदार का हर रंग नया लगता है जब भी मैं देखूं जुदा लगता है तेरे दीदार का हर रंग नया लगता है जब भी मैं देखूं जुदा लगता आईना जो भी मैं देखूं जो जुदा रहता है तेरे दीदार का हर रंग नया लगता है आपकी मुस्कुराहट तुझको सोचूं तुझको सोचूं तो मेरी रूह से उठे खुशबू तुझको सोचूं तो मेरी रूह से उठे खुशबू तुझको सोचूं तो मेरी रूह से उठे खुशबू मेरा ये तेरी चाहत से हरा लगता है जब भी मैं देखूं जुदा लगता है तेरे दीदार का हर रंग नया लगता है जब भी मैं देखूं जुदा लगता है वाह तेरी हर बात पे आयत का गुमा होता है तेरी हर बात आयत का गुमा होता है तेरी हर बात पे आयत का गुमा होता है तेरा हर लफ्ज़ तेरा हर लफ्ज़ मुझे दुआ लगता है जब भी मैं देखूं जुदा लगता है तेरे दीदार का हर रंग नया लगता है जब भी मैं देखूं जुदा लगता है
पत्थर से नवाजेगी, ये दुनिया है दर मुझको पत्थर से नवाजेगी, ये दुनिया है दर मुझको पत्थर से नवाजेगी, ये दुनिया है दर जो मैं कहती हूँ, जो मैं कहती हूँ, जो मैं कहती हूँ, ये तेरा इश्क खुदा की आई, जब भी मैं देखती हूँ, आई, जब भी मैं तेरे जब भी ਵਾਹ ਜੀ ਵਾਹ। ਜ਼ਬਰਦਸਤ। ਮੈਨੂੰ ਤੁਹਾਡਾ ਆईना सुन के एक चीज याद आ गई। उम्र भर गालिब ये भूल करता रहा, धूल चेहरे पे थी और आईना साफ करता रहा। कमाल दी गजल गाई सर, वाकई कमाल। ਔਰ ਇਹ ਬਹੁਤ ਹੀ ਖੂਬਸੂਰਤ ਕੰਪੋਜੀਸ਼ਨ ਹੈ ਤੁਹਾਡੀ ਆਪਣੀ ਜਿਹੜੀ ਤੁਸੀਂ ਗਾਈ ਹੈ। ਔਰ ਜਦੋਂ ਗਾਉਂਦੇ ਹੋ ਹਰ ਵਾਰ ਤਾਂ ਲੱਗਦਾ ਹੈ ਕਿ ਇਹਦੇ 'ਚ ਇੱਕ ਅਲੱਗ ਰੰਗ ਆਇਆ। ਹਰ ਵਾਰ ਇੱਕ ਵਾਰੀ ਇੱਦਾਂ ਹੀ ਲੱਗਦਾ ਕਿ ਫਿਰ ਤੋਂ ਮੈਂ ਨਵਾਂ ਕੁਝ ਸੁਣ ਰਹੀ ਹਾਂ, ਕਿਉਂਕਿ ਜਦੋਂ ਵੀ ਤੁਸੀਂ ਗਾਉਂਦੇ ਹੋ ਉਹਦੇ 'ਚ ਹਰ ਵਾਰ ਕੁਝ ਅਲੱਗ ਤਰੀਕੇ ਨਾਲ ਗਾਉਂਦੇ ਹੋ। ਮਜ਼ਾ ਆਉਂਦਾ ਉਹਨੂੰ ਸੁਣ ਕੇ। दुआएं ने उस्ताद मियां और बड़े नशीबा है जो कि क्योंकि ये चीज बड़ी मुश्किल है पर फिर भी जो अल्लाह मियां देवे ते फिर उदों आ जाती। ਕੀ ਬਾਤ ਹੈ। ਮਤਲਬ ਜਦੋਂ ਤੁਸੀਂ ਆईना ਕਹਿੰਦੇ ਸੀ ਨਾ ਤੇ ਮੈਨੂੰ ਇੰਜ ਲੱਗਦਾ ਸੀ ਜਿਵੇਂ ਤੁਸੀਂ ਆईने ਨੂੰ ਰਿਕੁਐਸਟ ਕਰ ਰਹੇ ਹੋ, ਦਰਖਾਸਤ ਕਰ ਰਹੇ ਹੋ। ਇਹ ਇੰਨਾ ਅਸਰ ਸੀਗਾ ਤੁਹਾਡਾ ਆईना ਕਹਿਣ 'ਚ। बहुत बहुत शुक्रिया। ਤੇ ਸਰ ਇਹ ਤੁਹਾਡਾ ਸੁਰਾਂ ਦਾ ਸਿਲਸਿਲਾ ਕਿਹੜੀ ਉਮਰ 'ਚ ਸ਼ੁਰੂ ਹੋਇਆ? जी वैसे पूरा खानदान मेरी गवैया में पहले अर्ज की थी और मेरा जो एक्टर्स है जो 8 साल जो मुझे शुरू हो गया सी और फिर जिम्मे जिम्मे बड़े होते गए फिर तमन्ना जी है और मैं ये सीखे मैं और सीख सका और रिम कर पावा तो बस मेहनत करते करते आज 40 साल हो गए। ਔਰ ਇਹਦੇ ਵਿੱਚ ਤੁਸੀਂ ਪਰਦੇਸਾਂ ਦੇ ਵੀ ਬੜੇ ਗੇੜੇ ਲਾਏ ਔਰ ਤੁਸੀਂ ਕੈਨੇਡਾ ਵੀ ਰਹਿ ਕੇ ਗਏ। जी 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 बिल्कुल। मैं कनाडा रह के नहीं गया लेकिन मैं टूर ਲਈ अक्सर आਉਂਦਾ ਜਾਂਦਾ ਰਹਿਣਾ ਜਿਵੇਂ ਅਮਰੀਕਾ में काफी ਜਦੋਂ मैं फर्स्ट टाइम इंडिया ਤੋਂ ਗਿਆ ਸੀ ਸਭ ਤੋਂ ਪਹਿਲਾਂ ਅਮਰੀਕਾ ਹੀ ਗਿਆ ਸੀ और अमेरिका में 5-6 बार परफॉर्म किया अपनी गजल ਨੂੰ और ਉਸ ਤੋਂ ਬਾਅਦ ਇੰਗਲੈਂਡ ਦੇ ਵਿੱਚ ਬਹੁਤ ਜ਼ਿਆਦਾ ਹੁਣ ਵੀ ਮੇਰਾ ਆਉਣਾ ਜਾਣਾ ਲੱਗਿਆ ਰਹਿੰਦਾ ਈਵਨ ਕਿ ਇੱਕ ਤਰੀਕ ਦੀ ਮੇਰੀ ਟਿਕਟ ਸੀ ਔਰ ਮੈਂ ਜਾ ਨਹੀਂ ਪਾ ਰਿਹਾ। ਸਰ ਆਫਟਰ ਲਾਕਡਾਊਨ ਤੁਸੀਂ ਇੱਥੇ ਆ ਰਹੇ ਹੋ ਵਾਸ਼ਿੰਗਟਨ ਡੀਸੀ। ਜੀ ਜੀ ਬਿਲਕੁਲ ਦੇਖੋ ਮੈਂ ਚਾਹਾਂਗੀ ਕਿ ਜ਼ਰੂਰ ਲੌਕਡਾਊਨ ਦੇ ਵਿੱਚ ਹੀ ਮੈਂ ਵਾਸ਼ਿੰਗਟਨ ਡੀਸੀ ਦੇ ਜਿੰਨੇ ਵੀ ਸੁਣਨ ਵਾਲੇ ਨੇ ਉਹਨਾਂ ਦੀ ਸੇਵਾ 'ਚ ਮੈਂ ਹਾਜ਼ਰ ਹੋਇਆ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਮੇਰੀ ਗਾਇਕੀ ਨੂੰ ਔਰ ਮੇਰੇ ਸਟਾਈਲ ਨੂੰ ਤੁਸੀਂ ਪ੍ਰਵਾਨ ਕਰੋ। ਬਿਲਕੁਲ ਸਾਰੇ ਕਰਦੇ ਨੇ ਕਿਉਂਕਿ ਬੜੇ ਐਕਸਾਈਟਿਡ ਸੀਗੇ ਜਿੰਨੇ ਵੀ ਕਾਫੀ ਦੋਸਤ ਮਿੱਤਰ ਨੇ ਜਾਂ ਫੈਮਿਲੀ ਵਾਲੇ ਬੜੇ ਐਕਸਾਈਟਿਡ ਸੀਗੇ ਸਪੈਸ਼ਲੀ ਮੇਰਾ ਭਤੀਜਾ ਭਰਾ ਦਾ ਬੇਟਾ ਤੇ ਉਹ ਬੜਾ ਹੀ 뮤직 ਲਵਰ ਹੈ ਜੀ, ਬਹੁਤ ਹੀ ਅੱਛਾ ਸੁਣਾਉਂਦਾ ਹੈ ਤੇ ਸੁਣਕਾਰ ਬੜਾ ਹੀ ਅੱਛਾ ਹੈ ਤੇ ਉਹਨੂੰ ਬੜਾ ਹੀ ਸਵੇਰੇ ਉਹ ਮਾਈ ਗॉड ਜਿਵੇਂ ਉਹ ਏਦਾਂ ਕਰਕੇ ਨਾ ਫੋਨ ਮੇਰਾ ਮਤਲਬ ਮੈਂ ਵੀਡੀਓ ਕਾਲ ਕਰ ਰਹੀ ਓਏ ਮੋਨੀ ਬੁਆ ਸੁਰਿੰਦਰ ਖਾਨ ਆ ਰਿਹਾ ਤੇ ਉਹਦੀ ਜਿਹੜੀ ਐਕਸਾਈਟਮੈਂਟ ਸੀ ਨਾ ਉਹ ਦੇਖ ਕੇ ਮੈਨੂੰ ਇਹ ਕਹਿੰਦੇ ਨਾ ਹੋਰ ਖੁਸ਼ੀ ਹੋਈ ਕਿ ਉਹ ਜਿਵੇਂ ਬੱਚੇ ਨੂੰ ਕੋਈ ਖਾਣ ਵਾਲੀ ਚੀਜ਼ ਨਹੀਂ ਮਿਲ ਜਾਂਦੀ ਤੇ ਉਹਦੀ ਐਕਸਾਈਟਮੈਂਟ ਦੇਖ ਕੇ ਮੈਂ ਇੰਨੀ ਖੁਸ਼ ਹੋਈ ਜਿਵੇਂ ਉਹ ਛਾਲਾ ਮਾਰੇ ਟੱਪ ਰਿਹਾ ਓ ਮਾਈ ਗॉड ਮਾਈ ਫੇਵਰਿਟ ਸਿੰਗਰ ਇਜ਼ ਕਮਿੰਗ। ਤੁਸੀਂ ਕੋਵਿਡ 'ਚ ਉਹ ਕੰਮ ਕੀਤਾ ਹੈ ਕਿ ਜਿਵੇਂ ਬੱਚੇ ਨੂੰ ਆਈਸਕ੍ਰੀਮ ਦੇ ਦਿੱਤੀ। ਤੇ ਸਰ
ਤੁਸੀਂ ਜਿਵੇਂ ਦੱਸਿਆ ਛੋਟੀ ਉਮਰ 'ਚ ਸਿੱਖਣਾ ਸ਼ੁਰੂ ਕੀਤਾ ਸੀ, ਤੇ ਪਹਿਲੇ ਉਸਤਾਦ ਤੁਹਾਡੇ ਆਪਣੇ ਫੈਮਿਲੀ 'ਚੋਂ ਸੀਗੇ? जी जी बिल्कुल मेरे चाचा जी ਜਿਹੜੇ मैं ਉਹਨਾਂ ਨੂੰ ਉਸਤਾਦਾਂ ਨੂੰ ਹੀ ਉਹਨਾਂ ਦੀ ਪੂਜਾ ਕਰਦਾ। ਮੇਰੇ ਸਭ ਤੋਂ ਛੋਟੇ ਚਾਚਾ ਜੀ ਉਹ ਖਾਨ ਜੀ, ਉਹਨਾਂ ਦੀ ਬਦੌਲਤ ਮੈਂ ਗਾਇਕੀ ਦੇ ਵਿੱਚ ਆਪਣਾ ਪੈਰ ਰੱਖਿਆ। ਔਰ ਉਹਨਾਂ ਤੋਂ ਬਾਅਦ ਫਿਰ ਉਸਤਾਦ ਬਾਪੂ ਸਿੰਘ ਖਾਨ ਸਾਹਿਬ ਦਾ ਮੇਰੇ ਸ਼ਾਗਿਰਦ ਹੋਇਆ ਜੀ, ਜੋ ਕਿ ਪਟਿਆਲਾ ਘਰਾਣੇ ਦੇ ਬਹੁਤ ਵੱਡੇ ਉਸਤਾਦ ਸੀ। ਜੀ। ਔਰ ਉਹਨਾਂ ਨੇ ਮੈਨੂੰ ਕਲਾਸੀਕਲ ਬਾਰੇ ਜਾਣਕਾਰੀ ਦਿੱਤੀ, ਫਿਰ ਗਜ਼ਲ ਹਰ ਚੀਜ਼ ਮੈਂ ਉਹਨਾਂ ਤੋਂ ਸਿੱਖੀ ਹੈ। ਫਿਰ ਜਦੋਂ ਗਜ਼ਲ ਦਾ ਮੇਰਾ ਆਪਣਾ ਠੀਕ ਲੋਕ ਕਹਿਣ ਲੱਗੇ ਕਿ ਨਹੀਂ ਤੁਹਾਡੀ ਗਜ਼ਲ ਦੀ ਆਵਾਜ਼ ਹੈ, ਤੁਹਾਨੂੰ ਗਜ਼ਲ ਹੀ ਗਾਉਣੀ ਚਾਹੀਦੀ ਹੈ, ਕਿਉਂਕਿ ਮੈਂ ਸ਼ੁਰੂ ਤੋਂ ਗੁਲਾਮ ਅਲੀ ਸਾਹਿਬ ਨੂੰ ਸੁਣਦਾ ਆ ਰਿਹਾ ਸੀ। ਇਸ ਕਰਕੇ ਫਿਰ ਮੇਰੇ ਦਿਮਾਗ 'ਚ ਇਹ ਗੱਲ ਸੀ ਕਿ ਮੈਂ ਬਸ ਉਹਨਾਂ ਨੂੰ ਆਪਣਾ ਇੱਕ ਰੂਹਾਨੀ ਉਸਤਾਦ ਬਣਾ ਲਵਾਂ, ਤਾਂ ਕਿ ਮੈਂ ਆਪਣੇ ਅੰਦਰੋਂ ਹੀ ਉਹਨਾਂ ਨੂੰ ਸਿੱਖ ਸਕਾਂ। ਮੇਰੀ ਕੋਸ਼ਿਸ਼ ਇਹ ਸੀ ਕਿ ਮੇਰੇ ਵਿੱਚ ਉਹਨਾਂ ਦੀ ਖੁਸ਼ਬੂ ਆਏ, ਤੇ ਬਸ ਉਹ ਮੈਂ ਕੋਸ਼ਿਸ਼ ਹੈ ਕਰ ਰਿਹਾ ਕਿ ਲੋਕ ਜੋ ਸੁਣ ਰਹੇ ਨੇ ਉਹਨਾਂ ਨੂੰ ਮੇਰੇ ਵਿੱਚ ਉਸਤਾਦ ਜੀ ਦੀ ਖੁਸ਼ਬੂ ਜ਼ਰੂਰ ਆਉਣੀ ਚਾਹੀਦੀ। ਬਿਲਕੁਲ ਆ ਰਹੀ ਹੈ ਜੀ। ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਦੇ ਵਿੱਚ ਤੁਸੀਂ ਸਾਨੂੰ ਸਾਰਿਆਂ ਨੂੰ ਪ੍ਰਾਊਡ ਕੀਤਾ ਹੈ, ਕਿਉਂਕਿ ਗੁਲਾਮ ਅਲੀ ਖਾਨ ਸਾਹਿਬ ਸਾਡੇ ਲਈ ਬਹੁਤ ਅਹਿਮੀਅਤ ਰੱਖਦੇ ਨੇ, ਸਾਡੇ ਘਰਾਣੇ ਦੇ ਵੱਡੇ ਵੀ ਨੇ, ਔਰ ਅਸੀਂ ਉਸੇ ਘਰਾਣੇ ਤੋਂ ਬਿਲੋਂਗ ਕਰਦੇ। ਮੇਰੇ ਫਾਦਰ ਸਾਹਿਬ ਗੁਲਾਮ ਅਲੀ ਖਾਨ ਸਾਹਿਬ ਦੇ ਸ਼ਾਗਿਰਦ ਹੈ, ਸੋ ਤੁਸੀਂ ਔਰ ਗੁਰ ਭਾਈ ਹੋਏ ਇਸ ਲਿਹਾਜ਼ਾ, ਤੇ ਆਪਾਂ ਉਹ ਰਿਸ਼ਤੇਦਾਰੀ ਵੀ ਹੈ। ਔਰ ਵਾਕਈ ਖਾਨ ਸਾਹਿਬ ਨੂੰ ਖੁਸ਼ਬੂ ਖਾਨ ਸਾਹਿਬ ਦੀ ਉਮਰ ਵਾਹਿਗੁਰੂ ਹੋਰ ਲੰਬੀ ਕਰੇ। ਇਸ ਤਰ੍ਹਾਂ ਦਾ ਫਨਕਾਰ ਮੈਂ ਆਪਣੀ ਲਾਈਫ 'ਚ ਨਾ ਕਦੀ ਵੇਖਿਆ ਔਰ ਨਾ ਕਦੀ ਵੇਖਾਂਗੀ। ਇਹ ਲੈਜੈਂਡ ਵਾਹਿਗੁਰੂ ਬਣਾਉਂਦਾ ਹੈ, ਔਰ ਅੱਗੋਂ ਲੈਜੈਂਡ ਆਪਣੀ ਰਿਪਲੇਸਮੈਂਟ ਕਹਿ ਲਓ ਜਾਂ ਆਪਣੀ ਨਿਸ਼ਾਨੀਆਂ ਛੱਡ ਕੇ ਜਾਂਦਾ ਹੈ। ਤੁਹਾਡੀ ਬਦੌਲਤ ਇੰਡੀਆ ਦੇ ਵਿੱਚ ਗੁਲਾਮ ਅਲੀ ਖਾਨ ਸਾਹਿਬ ਦੀ ਖੁਸ਼ਬੂ ਬਰਕਰਾਰ ਹੈ। ਜੀ ਜੀ, ਇਹ ਬੜੀ ਵੱਡੀ ਸਾਡੇ ਲਈ ਵੀ ਬੜੀ ਵੱਡੀ ਗੱਲ ਹੈ, ਕਿਉਂਕਿ ਮੈਨੂੰ ਇੱਦਾਂ ਹੀ ਲੱਗਦਾ ਕਿ ਮੇਰੇ ਵੱਡੇ ਨੇ, ਮੇਰੇ ਪਿਤਾ ਸਮਾਨ, ਮੇਰੇ ਬਜ਼ੁਰਗ ਸਮਾਨ ਨੇ ਉਹ, ਤੇ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜਾ ਉਹਨਾਂ ਦਾ ਸ਼ਾਗਿਰਦ ਹੈ ਉਹਨਾਂ ਨੂੰ ਮਾਈ ਟੀਵੀ ਤੇ ਲਾਇਆ, ਮੇਰੇ ਡਬਲ ਖੁਸ਼ੀ ਹੁੰਦੀ ਹੈ। ਤੇ ਆਪਾਂ ਉਹਨਾਂ ਦਾ ਥੈਂਕ ਯੂ ਕਿਉਂ ਨਾ ਕਰੀਏ ਜਿਨ੍ਹਾਂ ਨੇ ਇਹਨਾਂ ਨੂੰ ਸਾਡੇ ਨਾਲ ਰਾਬਤਾ ਕਰਾਇਆ ਸੀਗਾ। ਜੀ, ਏਜ਼ਾਜ਼ ਭਾਈ ਨੂੰ ਅਸੀਂ ਥੈਂਕ ਯੂ ਕਰਨਾ ਚਾਹਾਂਗੇ ਕਿ ਉਹਨਾਂ ਨੇ ਰეკਮੈਂਡ ਕੀਤਾ ਕਿ ਅਗਰ ਗਜ਼ਲ ਦੇ ਵਿੱਚ ਅਗਰ ਕੋਈ ਬਹੁਤ ਅੱਛੀ ਵੌਇਸ ਹੈ ਤੇ ਉਹ ਸੁਰਿੰਦਰ ਖਾਨ ਨੇ। ਮੈਂ ਕਿਹਾ ਜੀ ਹਾਂ, ਮੈਂ ਸੁਣੇ ਨੇ, ਮੈਂ ਫੋਲੋ ਕਰਦੀ ਹਾਂ ਉਹਨਾਂ ਨੂੰ, ਤੇ ਮੇਰੇ ਤੋਂ ਤਾਂ ਐਕਸਾਈਟਮੈਂਟ 'ਚ ਮੇਰੇ ਤੋਂ ਵੇਟ ਨਹੀਂ ਹੋਈ, ਮੈਂ ਤਾਂ ਫੇਸਬੁੱਕ ਤੇ ਕਾਲ ਲਾ ਛੱਡੀ ਸੀ। ਸੋ ਬਹੁਤ ਬਹੁਤ ਥੈਂਕ ਯੂ ਏਜ਼ਾਜ਼ ਭਾਈ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਐਂਡ ਇਰਸ਼ਾਦ ਸਾਬਰੀ, ਉਹਨਾਂ ਨੇ ਮੈਨੂੰ ਜ਼ਿਕਰ ਕੀਤਾ ਸੀ ਤੁਹਾਡੇ ਬਾਰੇ ਕਿ ਮੋਨੀ ਜੀ ਇਹ ਬਹੁਤ ਆਪ ਗਜ਼ਲ ਜ਼ਿਆਦਾ ਪਸੰਦ ਕਰਤੀ हैं, तो मैं ਹੁਣ ਉਰਦੂ 'ਚ ਆ ਗਈ ਹਾਂ ਕਿਉਂਕਿ ਇਰਸ਼ਾਦ ਸਾਬਰੀ ਨੇ ਜਿਹੜੇ ਉਰਦੂ ਸਪੀਕਰ ਨੇ, ਤੇ ਹਾਲਾਂਕਿ ਪੰਜਾਬੀ ਸੋਹਣੀ ਸਮਝਦਾ, ਤੇ ਉਹਨਾਂ ਨੇ ਮੈਨੂੰ ਬੜਾ ਸ਼ੁਰੂ ਤੋਂ ਹੀ ਮਤਲਬ ਮੈਨੂੰ ਕਾਫੀ ਕਹਿੰਦੇ ਰਹੇ ਕਿ ਗਜ਼ਲ में अगर कोई माहिर है तो वो हमारे सुरिंदर खान जी हैं। सो थैंक यू ਤੁਹਾਡੇ ਦੋਹਾਂ ਦਾ, ਜਿਨ੍ਹਾਂ ਨੇ ਐਡਾ ਅਨਮੋਲ ਰਤਨ ਸਾਨੂੰ ਸਾਡੇ ਦਿਮਾਗ 'ਚ ਵਾਪਸ ਲੈ ਕੇ ਆਏ ਕਿ ਯੈਸ ਹੀ ਇਜ਼ ਵਨ ਆਫ ਦੀ ਬੈਸਟ ਸਿੰਗਰ ਵੀ ਹੈਵ, ਗਜ਼ਲ ਸਿੰਗਰ ਵੀ ਹੈਵ ਇਨ ਇੰਡੀਆ। ਤੇ ਨਾਲ ਦੀ ਨਾਲ ਮੈਂ ਤੁਹਾਡੇ ਨਾਲ ਜਿਨ੍ਹਾਂ ਨੇ ਤਬਲੇ ਤੇ ਸੰਗਤ ਕੀਤੀ, ਬਹੁਤ ਬਹੁਤ ਥੈਂਕ ਯੂ ਤੁਹਾਡਾ ਸਰ ਨਾਲ ਵਜਾਉਣ ਦਾ, ਵੀ ਐਪਰੀਸ਼ੀਏਟ ਯੂਰ ਹਾਰਡ ਵਰਕ। ਤੇ ਸਰ, ਗੁਲਾਮ ਅਲੀ ਖਾਨ ਸਾਹਿਬ ਦੀ ਗੱਲ ਆਈ ਹੈ, ਮੈਂ ਤੁਹਾਡੀ ਜਿਵੇਂ ਦੱਸਿਆ ਕਿ ਸਰਚ ਕਰ ਰਿਹਾ ਸੀ, ਤੇ ਮੈਂ ਇੱਕ ਛੋਟੀ ਜਿਹੀ ਕਲਿੱਪ ਦੇਖੀ ਜਿਸ 'ਚ ਗੁਲਾਮ ਅਲੀ ਖਾਨ ਸਾਹਿਬ ਸੋਫੇ ਤੇ ਬੈਠੇ ਨੇ ਔਰ ਤੁਸੀਂ ਗਾ ਰਹੇ ਹੋ, ਕਿਸੇ ਦੇ ਘਰ ਦੀ ਹੈ ਉਹ ਕੀ ਸੀਗਾ, ਜਰਾ ਦੱਸੋਗੇ? ਕਦੋਂ ਦੀ? ਉਹ ਵੀਡੀਓ ਮੈਂ ਖਾਨ ਸਾਹਿਬ ਨੂੰ ਬਹੁਤ ਵਾਰ ਮਿਲਿਆ, ਮੈਂ ਬਹੁਤ ਟਾਈਮ ਉਹਨਾਂ ਨਾਲ ਸਪੈਂਡ ਕੀਤਾ, ਔਰ ਉਹ ਇੱਕ ਐਸਾ ਮੂਮੈਂਟ ਸੀ ਜਦੋਂ ਮੈਂ ਪਹਿਲੀ ਵਾਰ ਉਹਨਾਂ ਦੇ ਸਾਹਮਣੇ ਆਇਆ ਸੀ, ਖਾਨ ਸਾਹਿਬ ਦੇ ਸਾਹਮਣੇ। ਹਾਲਾਂਕਿ ਇਹ ਗੱਲ ਹੈ ਕਿ ਤਿੰਨ ਚਾਰ ਸਾਲ ਪੁਰਾਣੀ ਗੱਲ ਹੈ, ਔਰ 17 ਦੇ ਖਾਨ ਸਾਹਿਬ ਦੀ ਕੋਲ ਮੈਨੂੰ ਰਹਿੰਦੇ ਨੂੰ ਜਾਂ ਜਦੋਂ ਵੀ ਦਿੱਲੀ ਆਉਂਦੇ ਨੇ ਉਹਨਾਂ ਦੀ ਸੇਵਾ 'ਚ ਮੈਨੂੰ ਜਾਣ ਦਾ ਮੌਕਾ ਮਿਲਦਾ ਸੀ। ਇੰਗਲੈਂਡ ਕਦੇ ਮੈਨੂੰ ਮਿਲਦੇ ਸੀ, ਉੱਥੇ ਵੀ ਉਹਨਾਂ ਦੀ ਖਿਦਮਤ ਕਰਨ ਦਾ ਮੈਨੂੰ ਮੌਕਾ ਮਿਲਦਾ ਸੀ, ਜਾਂ ਅਮਰੀਕਾ ਜਾਂ ਕੈਨੇਡਾ, ਹਰ ਜਗ੍ਹਾ ਮੈਨੂੰ ਜਿੱਥੇ ਮਿਲਦੀ ਸੀ, ਤੇ ਹਰ ਜਗ੍ਹਾ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਸੀ। ਪਰ ਉਹ ਇੱਕ ਐਸੀ ਜਗ੍ਹਾ ਸੀ ਜਿੱਥੇ ਮੈਂ ਪਹਿਲੀ ਵਾਰ ਖਾਨ ਸਾਹਿਬ ਨੂੰ ਆਪਣਾ ਗਾਣਾ ਸੁਣਾਇਆ। ਉਹ ਮੈਨੂੰ ਹਰ ਵਾਰ ਕਹਿੰਦੇ ਸੀ, ਪਰ ਮੈਨੂੰ ਕਦੇ ਸੁਣਾਇਆ ਨਹੀਂ ਸੀ। ਮੈਂ ਕਿਹਾ ਖਾਨ ਸਾਹਿਬ ਮੈਂ ਤੁਹਾਨੂੰ ਨਹੀਂ ਸੁਣਾ ਸਕਦਾ, ਸਾਰੀ ਦੁਨੀਆ ਮੈਨੂੰ ਸੁਣਦੀ ਰਹੇ, ਮੈਨੂੰ ਕੋਈ ਪਰਵਾਹ ਨਹੀਂ, ਲੇਕਿਨ ਮੈਂ ਤੁਹਾਨੂੰ ਕੀ ਸੁਣਾਉਣਾ, ਮੈਂ ਸਿੱਖਿਆ, ਮੈਂ ਤੁਹਾਨੂੰ ਕੁਝ ਸੁਣਾ ਨਹੀਂ ਸਕਦਾ। ਤੇ ਫਿਰ ਉਹ ਬਹਾਨਾ ਉਹਨਾਂ ਨੇ ਇਸ ਤਰੀਕੇ ਦਾ ਬਣਾਇਆ, ਕਹਿੰਦੇ ਠੀਕ ਹੈ ਫਿਰ ਮੈਂ ਜਾ ਕੇ ਸੁਣਾ, ਤੇ ਤੁਸੀਂ ਆਪਣਾ ਬੈਠੇ ਹੋ, ਮੈਂ ਤੇ ਅਮੀ ਜੀ ਜਿਹੜੇ ਉਹਨਾਂ ਦੇ ਵਾਈਫ ਨੇ, ਤੇ ਉਹ ਕਹਿੰਦੇ ਬਾਜਾ ਕੋਲ ਮੈਂ ਉਹਦੇ ਗਾਉਣ ਲੱਗ ਗਏ, ਮੈਂ ਥੋੜਾ ਜਿਹਾ ਗਾਇਆ ਤੇ ਉਧਰੋਂ ਨਾਲ ਨਿਕਲ ਕੇ ਆ ਗਏ। ਖਾਨ ਸਾਹਿਬ ਆ ਕੇ ਮੈਨੂੰ ਕਹਿੰਦੇ ਹੁਣ ਤੇ ਤੈਨੂੰ ਗਾਉਣੇ ਪਏਗਾ, ਤੇ ਉਸ ਟਾਈਮ ਮੈਂ ਉਹਨਾਂ ਨੂੰ ਥੋੜਾ ਜਿਹਾ ਸੁਣਾਇਆ ਸੀ, ਤੇ ਉਹ ਦਿੱਲੀ ਦੀ ਗੱਲ ਹੈ ਜੀ, ਦਿੱਲੀ ਦੇ ਵਿੱਚ ਸੁਣੀ ਦਿੱਲੀ 'ਚ। ਤੇ ਕਿਉਂ ਨਾ ਫਿਰ ਉਹ ਖਾਨ ਸਾਹਿਬ ਦੇ ਕੁਝ ਸਾਨੂੰ ਸੁਣਾਇਆ ਜਾਵੇ।
ਜੇ ਤੁਹਾਨੂੰ ਠੀਕ ਲੱਗਦਾ। ਜੀ ਮੈਂ ਖਾਨ ਸਾਹਿਬ ਦੀ ਇੱਕ ਗਜ਼ਲ ਤੁਹਾਨੂੰ ਨਜ਼ਰ ਆਪਾਂ ਕਿਉਂਕਿ टाइम भी मेरे को उस तरीके दे ਤੁਹਾਨੂੰ ਦੱਸਿਆ ਤੇ ਮੈਂ ਦੋ ਤਿੰਨ ਚੀਜ਼ਾਂ ਤੁਹਾਡੇ ਨਜ਼ਰ ਕਰ ਲਈਆਂ ਔਰ ਜਲਦੀ ਮੈਂ ਜੀ ਠੀਕ ਹੈ ਜੀ, ਥੈਂਕ ਯੂ। बहुत मशहूर गजल खान साहब की चुपके चुपके रात दिन सुभान अल्लाह। अब मैं समझा तेरे रुखसार पे दिल का मतलब, अब मैं समझा अब मैं समझा अब मैं समझा अब मैं समझा तेरे रुखसार पे दिल का मतलब, दौलत हुस्न पे दरबार बैठा अब तकिया आशिकी का चोरी चोरी हमसे तुम आकर मिले जिस तरह, चोरी 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 हमसे तुम आकर मिले जिस तरह,
हाँ बहुत बहुत शुक्रिया जी। थैंक यू ਸ਼ੁਕਰੀਆ ਜੀ ਤੁਹਾਡਾ ਔਰ ਸਰ, ਸ਼ੁਕਰੀਆ ਤੁਹਾਡਾ। ਔਰ ਮੈਂ ਇੱਕ ਖਾਸੀਅਤ ਦੱਸਾਂ ਕਿ ਇਹਨਾਂ ਦੀ ਇੱਕ ਹੋਰ ਬੜੀ ਅੱਛੀ ਕੁਆਲਿਟੀ ਹੈ ਕਿ ਇਹਨਾਂ ਦੇ ਜਿਹੜੇ ਐਕਸਪ੍ਰੈਸ਼ਨ ਨੇ ਇੱਕ ਇੱਕ ਵਰਡ ਦੇ ਕਿਆ ਕਮਾਲ ਨੇ। ਹਾਲਾਂਕਿ ਗੁਲਾਮ ਅਲੀ ਖਾਨ ਸਾਹਿਬ ਤੇ ਉਹਨਾਂ ਨੂੰ ਗਾਣੇ, ਉਹਨਾਂ ਦੀ ਗਾਇਕੀ ਆਲਰੇਡੀ ਇੰਨੀ ਟਫ ਹੈ ਤੇ ਉਸ ਦੇ ਵਿੱਚ ਫਿਰ ਆਪਣਾ ਰੰਗ ਲੈ ਕੇ ਆਣਾ, ਆਪਣੀਆਂ ਮੁਰਕੀਆਂ ਲੈ ਕੇ ਆਣੀਆਂ, ਆਪਣੇ ਐਕਸਪ੍ਰੈਸ਼ਨ ਲੈ ਕੇ ਆਣਾ ਬੜੀ ਵੱਡੀ ਗੱਲ ਹੈ। बहुत शुक्रिया और बहुत अच्छा लग रहा है, तुम बहुत अच्छी अच्छी गल्लां कर रहे हो और दोनों ही बहुत कमाल दे और बहुत मीठा बोलते हो। मेरे Thank you। ਜਿਵੇਂ ਕੈਮਰਾ ਬੰਦ ਹੋਣਾ ਨਾ ਮੈਂ ਗਲਾ ਘੋਟ ਦੇਣਾ। ਟੀਵੀ ਤੇ ਹੀ ਬੋਲ ਰਿਹਾ ਸੀ। ਨਹੀਂ ਜੋਕ ਕਰ ਰਹੀ Horror show। ਹਾਂ ਹਲੇ पंजाबी Sure। जो कि खान साहब की पंजाबी में वो ऑलरेडी बहुत सारी फरमाइश आई है और इस तो बाद में तो नजर अपनी वो गजल का ਜੀ मेरे शौक एक बार मेरे शौक एक बार आज मेरे शौक एक बार
भावे जिंदगी के पानी विशाल होवे वको तो हम दुनिया रसताने भावे रिवाज है मस्जिद इतने हस्तियां के खुद हस्तियां रिवाज है मस्जिद इतने हस्तियां के मस्तियां 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 वो शिकर बन के खुशियां है लड़ूंगा ਦਿਲ ਤੇ ਕਰਦਾ ਕਿ ਤੁਹਾਨੂੰ ਬਸ ਇਦਾਂ ਹੀ ਸੁਣੀ ਜਾਈਏ ਰੋਟੀ ਪਾਣੀ ਵੀ ਨਹੀਂ ਚਾਹੀਦੀ ਫਿਰ ਤੇ ਬਸ ਸੁਣੀ ਜਾਈਏ ਤਾਂ ਇਦਾਂ ਹੀ ਦਿਲ ਕਰਦਾ। ਬਹੁਤ ਸ਼ੁਕਰੀਆ ਮੈਨੂੰ ਇਹ ਦੱਸੋ ਤੁਹਾਡਾ ਜਦੋਂ ਫ੍ਰੀ ਟਾਈਮ ਹੁੰਦਾ ਉਦੋਂ ਤੁਸੀਂ ਕੀ ਕਰਦੇ ਹੋ? ਅੱਜ ਕੱਲ ਤਾਂ ਫੁੱਲ ਔਨ ਮਸਤੀ ਚੱਲ ਰਹੀ ਹੈ, ਵਾਈਫ ਘਰ ਨਹੀਂ ਹੈਗੀ। ਚਲੋ ਕੋਈ ਟੈਨਸ਼ਨ ਕਰਨ ਦੀ ਲੋੜ ਨਹੀਂ ਹੈ। ਬਿਲਕੁਲ ਸਹੀ ਹੈ, ਘਰ ਦੀ ਸਾਨੂੰ ਕਿਸੇ ਦਾ ਕਰਨੀ ਤੇ ਜ਼ਿਆਦਾ गाना बजाना ज्यादा चल रहा है और गाने बजाने तो बाद अगर मैंने किसी चीज का शौक है तो कुकिंग का बहुत शौक है नवी चीज़ां बना के खाते हैं, खुद भी खाने बच्चों को खिलाने और मेरे बहुत प्यारे मेरे बड़े भाई जसविंदर सिंह जी उन्होंने भी मेरे वांगू गाने का शौक नहीं है, गाँव से बहुत बड़ा नहीं है लेकिन उन्होंने सुनने का बहुत ज्यादा शौक है, बहुत अच्छा सुनते हैं और बहुत बढ़िया चीज़ां खाते भी ने ते खवाते भी। वाह ये जस्सी भाजी तो नहीं जी? ये जस्सी भाजी तो नहीं? नहीं जस्सी भाजी मेरे वो भाजी ने। अच्छा वो जसवीर जस्सी ने वो ही हाँ ਹੁਣ ਤੁਹਾਡੇ ਕੀ ਕਹਿੰਦੇ ਸੀ ਸਾਡੀ ਲਾਈਵ ਵੀਡੀਓ ਨਹੀਂ ਫਾਲੋ ਕਰੀ ਦੀ ਮੈਂ ਦੇਖ ਰਹੀ ਹੁਣ ਕਿਹੜਾ ਗੈਸਟ ਆਇਆ ਅੱਜ ਕਿਹੜਾ ਗੈਸਟ ਆਇਆ। कल भी मेरे को बादशाह अली और जी खान और कमल खान ये सारे बिल्कुल सारे होते रहते हैं, प्यार करते हैं
मेरे छोटे भरा ने सारे और बस इधर ही जिंदगी सारा मिल ਵਾਹ ਜੀ ਵਾਹ। ਤੇ ਅਗਰ ਅਸੀਂ ਇਸ ਪਾਸੇ ਜਾਣੇ ਕਿ ਘਰ ਦੇ ਵਿੱਚ ਕੋਈ ਹੋਰ ਬੱਚਾ 뮤직 ਵਾਲੇ ਪਾਸੇ ਰੁਝਾਨ ਰੱਖਦਾ ਹੈ? जी बिल्कुल मेरा बड़ा बेटा जो है वो 21 ईयर्स है और वो एज ए म्यूजिक डायरेक्टर बहुत अच्छा काम कर रहा है, बहुत बड़े बड़े सिंगर्स नाल ਉਹਦੇ ਗਾਣੇ ਆ ਰਹੇ ਨੇ। ਜੈਸੀ ਉਹਦਾ ਨਾਮ ਹੈ, ਵੈਸੇ ਉਹਦਾ ਨਾਮ ਸਰਵਾਜ ਖਾਨ ਹੈ, ਲੇਕਿਨ ਅੱਜ ਕੱਲ੍ਹ ਦੇ ਬੱਚੇ ਅੱਜ ਕੱਲ੍ਹ ਵਾਲੇ ਨਾਮ ਰੱਖਦੇ ਨੇ। ਤੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਵੇਂ ਵੱਡੀਆਂ ਵੱਡੀਆਂ ਕੰਪਨੀਆਂ, ਸਪੀਡ ਕੰਪਨੀਆਂ, TCS ਹੈ ਜਾਂ ਵਾਈਟ ਹਿੱਲ ਹੈ, ਇਹਨਾਂ ਕੰਪਨੀਆਂ ਦੇ ਨਾਲ ਉਹ ਕੰਮ ਕਰਦੇ ਨੇ। ਵੱਡੇ ਵੱਡੇ ਸਿੰਗਰ ਜਿਵੇਂ ਕਮਲ ਖਾਨ ਵੀ ਉਹਨਾਂ ਦੇ ਵਿੱਚ ਹੀ ਨੇ और मीका भाजी का गाना भी कर रहे हैं ते वो काफ़ी बड़े सिंगर के गाने कर रहे हैं। और तुझे दुआ करो सारे कि वो अपनी मंजिल जो मंजिल वो पहुंचना चाहता वो अपनी मंजिल तक पहुंच जाए। ਡੈਫੀਨਿਟਲੀ ਸਰ, ਸਾਡੀ ਦੁਆਵਾਂ, ਸਾਡਾ ਪਿਆਰ ਇਸ ਖਾਨਦਾਨ ਨਾਲ, ਇਸ ਘਰਾਣੇ ਨਾਲ ਹਮੇਸ਼ਾ ਹੀ ਹੈ। ਔਰ ਗਲੈਡ ਟੂ ਬੀ ਹੈਲਪ, ਜਦੋਂ ਵੀ ਲੋੜ ਪਏਗੀ ਵੀ ਆਰ ਹੇਅਰ ਟੂ ਸਪੋਰਟ ਈਚ ਅਦਰ। जी बिल्कुल बिल्कुल। ਬਸ ਤੁਸੀਂ ਇਹੀ ਸਮਝਣਾ ਕਿ ਮਾਈ ਟੀਵੀ ਤੁਹਾਡਾ ਆਪਣਾ ਟੀਵੀ, ਅਸੀਂ ਕਿਸੇ ਕੰਮ ਤੁਹਾਡੇ ਆ ਸਕੀਏ, ਪ੍ਰਮੋਸ਼ਨ 'ਚ ਐਨੀਥਿੰਗ ਅਸੀਂ ਆਪਣੇ ਆ, ਅਸੀਂ ਆਪਣਿਆਂ ਦੇ ਹੀ ਕੰਮ ਆਉਂਦੇ ਹਾਂ, ਯੂ ਨੋ। ਤੇ ਔਰ मैं ये दुआ करता तुसी अपने लिए भी काम आओ, तुसी घरने लिए भी काम आओ। ਵਾਹ ਵਾਹ, ਕੀ ਬਾਤ। ਸਰ इंसान का यही फर्ज है कि हर बंदे की मदद करे। अगर तुसी किसी की मदद नहीं करोगे तो ਤੁਹਾਡੀ मदद करनी किसी ने नहीं करनी। इस करके मैं हमेशा ही दुआ करता कि पूरी कायनात ਦੇ ਵਿੱਚ ਇੱਕ ਦੂਸਰੇ ਦੀ ਮਦਦ, ਅੱਜ ਦਾ ਟਾਈਮ ਇਸ ਤਰੀਕੇ ਦਾ ਕਿ ਅਗਰ ਤੁਸੀਂ ਇੱਕ ਦੂਸਰੇ ਦੀ ਮਦਦ ਨਹੀਂ ਕਰੋਗੇ ਤਾਂ ਤੁਸੀਂ ਇਕੱਲੇ ਰਹਿ ਜਾਓਗੇ। ਔਰ ਮੈਂ ਬਹੁਤ ਸਾਰੇ ਰਿਸ਼ਤੇ ਇਸ ਤਰੀਕੇ ਦੇ ਦੇਖੇ ਜਿਨ੍ਹਾਂ ਨਾਲ ਕਦੇ ਗੱਲਬਾਤ ਨਹੀਂ ਹੋਈ ਸੀ, ਉਹ ਖੁਦ ਆ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ, ਮੈਨੂੰ ਕਹਿੰਦੇ ਯਾਰ ਇਹਦੇ ਵਿਛੜ ਕੇ ਮਰ ਜਾਵਾਂਗੇ, ਪਤਾ ਨਹੀਂ ਕਰੋਨਾ ਨੇ ਕਿਉਂ ਲੈ ਜਾਣਾ, ਨਹੀਂ ਛੱਡ ਜਾਣਾ। ਇਹ ਗੱਲ ਸਹੀ ਹੈ, ਬਿਲਕੁਲ ਸਹੀ ਹੈ। ਬਹੁਤ ਵੱਡੀ ਗੱਲ ਕੀਤੀ ਸਰ। ਸਾਰੇ ਅਸੀਂ ਭੈਣ ਭਰਾ ਇਕੱਠੇ ਹੋਏ, ਅੱਜ ਸਾਰੇ ਅਸੀਂ ਇੱਕ ਜਗ੍ਹਾ ਤੇ ਬਣੇ, ਇੱਕ ਜਗ੍ਹਾ ਤੇ ਖਾਣੇ ਪੀਣੇ। ਵਾਹ ਵਾਹ। बहुत बहुत अच्छा लग रहा है। कोरोना ने बहुत लोग मिले हैं। ਯਾ ਇਹ ਇੱਕ ਅੱਛੀ ਗੱਲ ਹੋਈ ਹੈ ਇਹਦੇ ਚ, ਕਰੋਨਾ ਦੇ ਵਿੱਚ। बिल्कुल। ਔਰ ਮੈਨੂੰ ਇਹ ਦੱਸੋ, ਹੁਣ ਕੁਕਿੰਗ ਦੀ ਆਪਾਂ ਗੱਲ ਕੀਤੀ ਸੀ ਕਿ ਪਕਾਨੇ ਕੀ ਹੋ ਜ਼ਿਆਦਾ ਬੱਚਿਆਂ ਨੂੰ ਕੀ ਪਸੰਦ ਆ ਤੁਹਾਡਾ? ਇਹ ਦੱਸੋ। ਇਹ ਨਾ ਕਹਿਣਾ ਕੁੱਕੜ ਕਰੇ ਨੇ। तो मेरी शौक है, मैं हर चीज बना लेना, पास्ता भी बना लेना और मेनू नूडल्स वगैरह या बर्गर वगैरह वो भी बना लेना। मेरे शौक बहुत ज़्यादा चिकन खास तौर पे चिकन मटन हर चीज़ मुझे बड़ी अच्छी लगी बनानी। कल भी बनाई थी और आज भी बनाऊंगी। पर जो भी सिंगर में कोई आ रहे थे ते उन्होंने उठे दी रात में सब को लेके दिया कोई नहीं बिस्मिल्लाह। ਪਰ ਸਰ ਤੁਸੀਂ ਫਿੱਟ ਨੇ ਹੋ? जी ਫਿੱਟ ਬੜੇ ਹੋ ਕਿ ਕੋਈ ਸਪੈਸ਼ਲ ਐਕਸਰਸਾਈਜ਼ ਕਰਦੇ ਹੋ? जी बिल्कुल नहीं, मैं फिट तो है नहीं पर फिर भी तुसी कह रहे हो मैं मान ले ऐसा। पर मैं कोशिश करता हूं मैं मेरी रनिंग और मेरी वॉकिंग डेली होगी 12 किलोमीटर की मेरी हैगी। ਵਾਹ ਜੀ ਵਾਹ। ਦੈਟਸ ਅ ਲੋਟ। अच्छा लगता है चलना भजना मुझे बहुत अच्छा लगता है, लेकिन जिम्मेदारी तो भजना मुझे अच्छा नहीं लगता, लेकिन मैं अच्छा लगता है। ਨਹੀਂ, ਅੱਛੀ ਗੱਲ ਹੈ ਜੀ। ਤੇ ਅਸੀਂ ਹਰ ਸ਼ੋਅ 'ਚ ਇਹੀ ਮੈਸੇਜ ਦਿੰਦੇ ਆ ਕਿ ਜਿਹੜੇ ਆਰਟਿਸਟ ਨੇ ਇਸ ਟਾਈਮ ਉਹ ਹੀ ਇੱਕ ਐਸੀ ਬਿਜ਼ਨਸ ਹੈ ਜਿਹੜਾ ਪੈਸਾ ਨਹੀਂ ਕਮਾ ਰਿਹਾ। ਔਰ ਜਿੰਨੇ ਵੱਡੇ ਆਰਟਿਸਟ ਨੇ ਅਗਰ ਇੰਝ ਹੀ ਤੁਹਾਡੇ ਅੰਦਰ ਸੋਚ ਰੱਖਣਗੇ, ਛੋਟੇ ਆਰਟਿਸਟਾਂ ਨੂੰ ਆਪਣੇ ਕੋਲ ਬੁਲਾਉਣਾ, ਥੋੜਾ ਜਿਹਾ ਰੋਟੀ ਪਾਣੀ ਖਾਣੀ, ਥੋੜੀ ਜਿਹੀ ਕਿਸੇ ਦੀ ਹੈਲਪ ਕਰਨੀ, ਇਸ ਤੋਂ ਵੱਡਾ ਕੰਮ ਕੋਈ ਨਹੀਂ ਹੈਗਾ ਸਰ। जी बिल्कुल बिल्कुल। अच्छा टाइम इस तरीके से रह गया क्योंकि मेरी गजल सी और वो आज के टाइम में बिल्कुल मैं देखता कि टोकरी गजल है। गजल बोल सी कि आओ सजाने आज को, आओ सजाने आज को, कल का पता नहीं, कल की तो छोड़िए हुजूर पल का पता नहीं। ਵਾਹ। ਕੀ ਬਾਤ ਹੈ। पता नहीं पता कि की हो रहा है, बाहरों कोई आ रहा है, घर में ना हाथ मिलाया चलो जी मैंने भी बात कर रही थी। तो वो जिंदगी में कुछ नहीं पता किसी जिंदगी जिंदगी है मैं अच्छे तरीके से निभाओ। सब तो बड़ी गल है इबादत को हमेशा याद रखो। अगर इबादत और याद है ते खुदा ने ਤੁਹਾਡੇ ਲਈ ਸਾਰੇ ਦਰਵਾਜ਼ੇ ਖੋਲ ਕੇ ਰੱਖਣੇ। ਤੁਹਾਨੂੰ ਤੰਦਰੁਸਤੀ ਵੀ ਮਿਲਣੀ ਹੈ, ਤੁਹਾਨੂੰ ਪੈਸਾ ਸ਼ੌਹਰਤ ਹਰ ਚੀਜ਼ ਤੁਹਾਨੂੰ ਮਿਲੇਗੀ। ਪਰ ਦੂਸਰੀ ਗੱਲ ਇਹ ਤੁਹਾਨੂੰ ਸਮਝਣਾ ਹੈ ਕਿ ਕਦੇ ਵੀ ਜਿਹੜੀ ਇਬਾਦਤ ਹੈ ਉਹ ਇਹਨਾਂ ਚੀਜ਼ਾਂ ਦੀ ਮੁਹਤਾਜ ਨਹੀਂ ਹੁੰਦੀ। ਇਬਾਦਤ ਤੁਹਾਡੇ ਮਨ ਦੀ ਸ਼ਾਂਤੀ ਹੈ। ਕੀ ਬਾਤ ਹੈ। ਤੇ ਸਰ ਮੈਨੂੰ ਹੁਣ ਇਹ ਦੱਸੋ ਕਿ ਆਉਣ ਵਾਲੇ ਕੀ ਪ੍ਰੋਜੈਕਟਸ ਨੇ? ਸਿਰਫ ਗਜ਼ਲਸ ਹੀ ਨੇ ਕਿ ਕੁਝ ਹੋਰ ਵੀ ਵੱਖਰਾ ਕੁਝ ਕਰਨ ਦਾ ਸੋਚਿਆ ਹੈਗਾ ਕੁਝ? दो पंजाबी मेरा मार्केट में चल रहे हैं और वो भी उस तरीके से जिस तरीके से पंजाबी चल रहे हैं। मेरे बड़े मीठे मीठे गाने हैं तो सारे पसंद लगे ते
दो मेरे पंजाबी गीत आ रहे हैं और जिहदे विच एक बिकर भाई जी जिहड़े कि आस्ट्रेलिया रहिंदे ने उन्हां दा लिखिया होया है और बहुत सोहना गीत है और उस तो बाद एक जिहड़े साडे कैस साहब हैगे ने जो कि अमेरिका रहिंदे ने उन्हां दा लिखिया जी ते वो दोनों पंजाबी वो आ रहे हैं और मेरी गज़ल जी है उन पीछे का ऐसा ऐसा गज़ल है इसी उसको बाद आमीन तो बाद उन्होंने एक और मेरी गज़ल रेडी हुई थी वो बहुत जल्दी ਤੁਹਾਡੇ लिए लेके हाजिर है और दो गज़लां हो ਜਿਹੜੀ ਸਾਡੀ एक डुएट है मैं और पूर्वा गुरु जी उनका नाम है पूर्वा गुरु बहुत अच्छा गाਉਂਦੇ ਨੇ ਲੇਡੀਜ਼ और बहुत कमाल ਦੇ ਨੇ ਸੁਰੀਲੇ ਨੇ और ਉਹਨਾਂ ਦੇ ਨਾਲ ਇੱਕ ਗਜ਼ਲ ਮੇਰੀ ਆ ਰਹੀ ਹੈ और इस तरीके ਨਾਲ ਅੱਗੇ ਕਿ ਆਪਣਾ ਕੰਮ ਚੱਲਦਾ ਜੀ ਆਪਣੇ ਕੋਲ ਹੁਣ 20 ਮਿੰਟ ਹੀ ਰਹਿ ਗਏ ਨੇ ਸਰ ਮੈਨੂੰ ਹੁਣ ਦੱਸੋ ਕਿ ਤੁਸੀਂ ਇਸ ਵਕਤ ਸਾਨੂੰ ਕੀ ਸੁਣਾਓਗੇ जी मैं ਤੁਹਾਨੂੰ ਇੱਕ ਆਪਣੀ ਗਜ਼ਲ ਜੋ ਕਿ बहुत ज़्यादा हर इंसान ने उन्हें बड़ा प्यार दिता और बहुत सराहा उस गज़ल में जो कि डॉक्टर सफ़ी हसन साहब की लिखी हुई गज़ल है वो अपनी आवाज की लर्जिश पे तो काबू करो प्यार के बोल तो होठों से निकल जाते अपने तेवर को संभालो कोई न कहे दिल बदलते तुझे बदल जाते दिल की बात लबों तक लाकर अब तक हम दुख सहते हमें सुना है इस बस्ती में दिल वाले भी रहते एक हमें कोई दुनिया वाले दीवारों को और बहुत कुछ कहते जरा सी देर में बदल गया कैसे जरा सी देर में बदल गया कैसे जरा सी देर में मैं उसको छूने से पहले चलता कैसे मैं उसको छूने से पहले चलता कैसे
क्या बात। मैं अपने हो गया था तो किसी के अश्कों की लौ से, किसी के अश्कों की लौ से निकल गया कैसे, किसी के अश्कों की लौ से निकल गया कैसे, मैं उसको छोड़ सके चल गया कैसे, सदा से दिल में रह गया कैसे। शेर मुझे बहुत पसंद है, जिनका नजर बहुत ही प्यार से देखा उसने प्यार किए, 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 मुझे तो होश न था, मुझे तो होश न था, संभल गया कैसे, मुझे तो होश न था, संभल गया कैसे, मैं उसको छोड़ सके चल गया कैसे, सदा से दिल में बदल गया कैसे। क्या बात। मजा आ गया सर। ਸਰ ਜਿਵੇਂ ਤੁਸੀਂ ਗਜ਼ਲ ਐਂਡ ਕੀਤੀ ਨਾ, ਮੈਨੂੰ ਤੁਹਾਡੇ ਚੋਂ ਗੁਲਾਮ ਅਲੀ ਖਾਨ ਸਾਹਿਬ ਦੀ ਪੂਰੀ ਝਲਕ झलक ਨਜ਼ਰ नजर ਆਈ। आई। बहुत बहुत शुक्रिया उन्होंने बताया, लेकिन जो भी है चलो आप तुसी क्या है उस चीज को कबूल करना, बहुत मेहरबानी। ਨਹੀਂ ਆਈ ਮੀਨ ਕਮਾਲ, ਜਗ੍ਹਾ ਤੇ ਸਾਰੇ ਹੀ ਲੈਂਦੇ ਨੇ ਲੇਕਿਨ ਤੁਸੀਂ ਜਗ੍ਹਾ ਦੇ ਵਿੱਚ ਜਗ੍ਹਾ ਲੈਂਦੇ ਹੋ, ਸੁਰ ਦੇ ਵਿੱਚ ਸੁਰ ਲੱਭਦੇ ਹੋ, ਤੁਸੀਂ ਇਹੋ ਜਿਹਾ ਫਨਕਾਰ ਹੋ ਤੁਸੀਂ ਸਰ। मेहरबानी जी, मेहरबानी। ਤੇ ਘੜੀ ਦੇਖ ਰਹੇ ਨੇ ਸਰ। 5-7 मिनट है गया जी। बहुत मकबूल हुई है गुलाम अली खान साहब की, और मैंने बताया कि अगर मैं ये नहीं गाऊंगा के बाद में बहुत ऐसे लोग किसी को बोलेंगे जी। ठीक है। ਥੈਂਕ ਯੂ। रोज पीता छोड़ देता
आहा, रोज पीता हूँ छोड़ रोज पीता हूँ छोड़ देता हूँ तौबा करता हूँ तोड़ देता हूँ रोज पीता हूँ छोड़ देता हूँ तौबा करता हूँ तोड़ देता हूँ पर जब भी आती है सामने बोतल आहा, गर्दन मरोड़ देता तो गजल पीछे गिर पड़ा जान तो ये हुआ महसूस गिर पड़ा आहा, क्या बात। गिर पड़ा जान तो ये हुआ महसूस उनकी आंखों ने बदुआ दी हंगामा थोड़ी सी जो थोड़ी सी जो दाता तो नहीं डाला तो नहीं डाला चोरी तो नहीं की थोड़ी सी जो दाता तो नहीं डाला तो नहीं डाला चोरी तो नहीं थोड़ी सी जो आहा, उसमें से उसमें से नहीं मतलब दिल किससे होगा उसमें से नहीं मतलब दिल किससे होगा मकसूद ही सुने से मकसूद उसमें से दिल की मुझे खिंचती तो नहीं छोड़ तो नहीं थोड़ी सी
सूरज में लगे धब्बा, सूरज में लगे धब्बा, फितरत के करिश्मे खुद हमको कहीं कहीं अल्लाह की मर्जी थोड़ी सी डाका तुम नहीं तो नहीं डाका तो नहीं तो नहीं चोर को नहीं क्या बात ਵਾਹ ਜੀ ਵਾਹ। क्या बात है। ਮੈਨੂੰ ਲੱਗਦਾ ਹੈ ਇਹ ਬੈਸਟ ਈਦ ਗਿਫਟ ਹੈ ਸਾਰਿਆਂ ਵਾਸਤੇ, ਸਾਡੇ ਵਾਸਤੇ ਵੀ, ਔਰ ਇਸ ਤੋਂ ਬੈਸਟ ਡੇਟ ਨਹੀਂ ਹੋ ਸਕਦੀ ਸੀ ਸਾਡੇ ਵਾਸਤੇ। ਬਹੁਤ ਬਹੁਤ ਥੈਂਕ ਯੂ ਅਖੀਰ ਚ ਜਿਹੜੀ ਤੁਸੀਂ ਗਜ਼ਲ ਪੜ੍ਹੀ ਨਾ, ਥੋੜੀ ਸੀ ਜੋ ਪੀਲੀ ਹੈ, ਮੈਨੂੰ ਸਭ ਤੋਂ ਫੇਵਰੇਟ ਸਰ ਇਹੀ ਹੈ। ਆਪਾਂ ਵੀ ਦੋ ਹੀ ਗਰਦਨਾਂ ਤੋੜੀ ਦੇ ਨੇ, ਸ਼ਾਮੀ ਮੁਰਗੇ ਦੀ ਔਰ ਬੋਤਲ ਦੀ। ਓ ਮਾਈ ਗॉड। ਲੇਕਿਨ ਕਮਾਲ ਕਮਾਲ। स्पेशल कहना चाहूंगा हजूर इसे गजल का शेर दोबारा स्टार्ट कर रहे हैं गजल में तो पहले तो पिलाते हैं फिर सबको बताते हैं पहले तो पिलाते हैं फिर सबको बताते हैं क्या बताते हैं पहले तो पिलाते हैं फिर सबको बताते हैं इस शख्स से ना मिलना इस शख्स से ना मिलना ये शख्स शराबी है थोड़ी सी वाह जी वाह, क्या वाह बात जी है। वाह। ये मजा आया जरा एंड च। बहुत बेमानी थी बहुत काफी टाइम में तो अपना स्पेंड किया और मुझे बहुत अच्छा लगा दिलों में कह रहे हैं बहुत बढ़िया तुम बहुत अच्छे होस्ट हो मोनी जी और दिल साहब और मुझे बड़ा अच्छा लगा अपना लेके और हम मैंने सी इजाजत जरूर दी ਬਿਲਕੁਲ ਜੀ ਬਿਲकुल ਥੈਂਕ ਯੂ। ਅਸੀਂ ਵਾਂਸ ਅਗੇਨ ਮਾਈ ਟੀਵੀ ਵੱਲੋਂ ਥੈਂਕ ਯੂ ਕਹਿਣਾ ਤੇ ਤਬਲੇ ਚਾਹਾਂਗੇ। ਵਾਲੇ ਭਾਈ ਸਾਹਿਬ ਦਾ ਵੀ ਥੈਂਕ ਯੂ ਥੈਂਕ ਯੂ। ਔਰ ਜਦੋਂ ਵੀ ਕੋਈ ਪ੍ਰੋਜੈਕਟ ਹੋਵੇ ਪਲੀਜ਼ ਫੀਲ ਫ੍ਰੀ ਟੂ ਸ਼ੇਅਰ ਵਿਦ ਅਸ। ਔਰ ਮਾਈ ਟੀਵੀ ਵੱਲੋਂ ਅਸੀਂ ਇੱਕ ਸਪੈਸ਼ਲ ਰੇਡੀਓ, ਕਿਉਂਕਿ ਰੇਡੀਓ ਪ੍ਰੋਗਰਾਮ ਵੀ 24/7 ਚੱਲਦਾ ਹੈ, ਤੇ ਉਹਦੇ 'ਚ ਗਜ਼ਲ ਸੈਗਮੈਂਟ ਪ੍ਰੋਗਰਾਮ ਰੱਖਣ ਲੱਗੇ ਹਾਂ। ਔਰ ਅੱਜ ਈਦ ਦੇ ਉੱਤੇ ਮਤਲਬ ਜਦੋਂ ਅੱਜ ਦੁਪਹਿਰ ਹੈ ਸਾਡੀ, ਹੁਣ ਅੱਜ ਰਾਤ ਤੇ ਸਿਰਫ ਔਰ ਸਿਰਫ ਤੁਹਾਡੀ ਗਜ਼ਲਾਂ ਵੱਜਣਗੀਆਂ ਪੂਰਾ 1 ਆਵਰ। ਜੀ ਜੀ ਬਿਲਕੁਲ ਤੇ ਬਹੁਤ ਬਹੁਤ ਸ਼ੁਕਰੀਆ ਜਿਹਨੇ ਵੀ ਮੈਨੂੰ ਪਿਆਰ ਕਰਨ ਵਾਲੇ ਜਿਹੜੇ ਮੈਨੂੰ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਈਦ ਮੁਬਾਰਕ ਔਰ ਇਹਦੇ ਆਪਣਾ ਖਿਆਲ ਰੱਖੋ ਪਲੀਜ਼ ਔਰ ਜ਼ਿੰਦਾ ਰਹਿਣਾ। ਮੈਂ ਤੁਹਾਨੂੰ ਮਿਲਣਾ ਆਵਾਂਗਾ ਹਰ ਜਗ੍ਹਾ ਤੇ ਜਿੱਥੇ ਵੀ ਤੁਸੀਂ ਬਿਲਕੁਲ ਬਿਲकुल। ਓਕੇ ਚਲੋ ਜੀ ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ। ਚਲੋ ਜੀ ਇਹ ਸੀਗੇ ਸੁਰਿੰਦਰ ਖਾਨ ਜੀ। ਓ ਮਾਈ ਗॉड ਹੀ ਇਜ਼ ਮਾਈ ਪਰਸਨਲ ਫੇਵਰਿਟ। ਸੌਰੀ ਅੱਜ ਲੋਕਾਂ ਦੇ ਅਸੀਂ ਕਮੈਂਟ ਨਹੀਂ ਮੈਸੇਜ ਪਾ ਕਿਉਂਕਿ ਰਹੇ। ਟਾਈਮ ਬਹੁਤ ਥੋੜਾ ਸੀ, ਲੇਕਿਨ ਹੁਣ ਆਪਾਂ ਥੈਂਕ ਯੂ ਕਰਦੀ ਹਾਂ। ਪਿੰਕੀ ਪਾਰਸ ਥੈਂਕ ਯੂ। ਪਿੰਕੀ ਤੁਸੀਂ ਪਾਰਸ ਥੈਂਕ ਯੂ। ਵਿਭਾ श्रीवास्तव ਨੂੰ ਤੇ ਮੈਨੂੰ ਲੱਗਦਾ ਮਾਈ ਟੀਵੀ ਤੋਂ ਸਰਟੀਫਿਕੇਟ ਭੇਜਾਂਗੇ ਅਸੀਂ। विभा अभी तो तुम्हें यूएसए आना पड़ेगा हमसे मिलने के और लिए। एक राहुल रैना। ਤੇ ਰਾਹੁਲ ਜੀ ਥੈਂਕ ਯੂ, ਤੁਸੀਂ ਲਿਖ ਕੇ ਪਾਇਆ ਕਿ ਇਹ ਅੱਜ ਦਾ ਬੈਸਟ ਸ਼ੋਅ ਹੈ। ਥੈਂਕ ਯੂ ਗਾਇਸ, ਵੈਰੀ ਸੌਰੀ ਕਿ ਅਸੀਂ ਅੱਜ ਮੈਸੇਜ ਨਹੀਂ ਪੜ੍ਹੇ ਕਿਉਂਕਿ ਟਾਈਮ
ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਟਾਈਮ ਕਿਵੇਂ ਨਿਕਲ ਜਾਂਦਾ सोना खां जी वाह वाह, हरनूर इरशाद साबरी, थैंक यू सो मच ब्रदर। स्वाति डैम मल्होत्रा। अच्छे अच्छे सिंगरों से हमें मिलवाने के लिए तुम्हारा बहुत बहुत शुक्रिया। और इंडिया के जिन्ने आर्टिस्ट ने प्लीज इरशाद साबरी जी को फड़ो। इरशाद साबरी जी हमें उनके साथ बुकिंग करके दे रहे हैं। इनके पास हमारा कैलेंडर है, जो डेट अवेलेबल है वो इन्हीं के पास है। अरे वाह वाह, अनिल सनी, जिमी जी पाकिस्तान दी बड़े अच्छे तबला नवाज ने, और मेरे पर्सनल वेरी फेवरेट एंड वेरी स्वीट पर्सन, क्या बात लिखते हैं। पिंकी पारस अगेन कहती है बहुत शुक्रिया, नो सॉरी, बहुत सुकून से गजल का मजा आया। थैंक यू पिंकी। और तेरे तो शेरो शायरी पसंद आई दीदी होगी। लिख रहे हैं थैंक यू बोथ फॉर शेयरिंग दिस लवली इवनिंग, गॉड ब्लेस यू। थैंक यू दीदी। थैंक यू दीदी। तो ਤੁਸੀਂ ਹੋ ਤੇ ਅਸੀਂ ਹਾਂ ਤੇ ਤੁਸੀਂ ਹੋ। नौशाद अली खान कहते हैं सुपर खान साहब जी। और पिंकी पारस अगेन लिखते हैं कमाल है खान साहब, यस। सोना खान जी लिख रहे हैं माशाल्लाह गजल बहुत अच्छी लगी थी, तहे दिल से आप सब लोगों का शुक्रिया जी, अल्लाह सलामत रखे। सर ਤੁਹਾਨੂੰ ਵੀ ਰੱਖੇ, ਆਪਣੀ ਦੁਆਵਾਂ 'ਚ ਸਾਨੂੰ ਯਾਦ ਰੱਖਣਾ। ਜਦੋਂ ਵੀ ਨਮਾਜ਼ ਪੜ੍ਹ ਕੇ ਦੁਆ ਮੰਗੋ, ਸਾਨੂੰ ਦੁਆਵਾਂ ਨੂੰ ਵਿੱਚ ਯਾਦ ਰੱਖਣਾ, ਮਾਈ ਟੀਮ ਨੂੰ ਜ਼ਰੂਰ ਯਾਦ ਰੱਖਣਾ। ਔਰ जिमी ਹੁਣ सनी ਅਸੀਂ जी अगेन एकदम स्टे ब्लेस्ड। बादर अब्बास जी कहते हैं नाइस ग्रेट भाजी, थैंक यू जी। ਕੋਸ਼ਿਸ਼ ਕਰਿਆ ਕਰੋ, ਇਹ ਵੀ ਦੱਸਿਆ ਕਰੋ ਕਿ ਤੁਸੀਂ ਕਿਹੜੀ ਸ਼ਹਿਰ ਤੋਂ, ਕਿਹੜੀ ਸਿਟੀ ਤੋਂ, ਕਿਹੜੇ ਦੇਸ਼ ਤੋਂ ਸਾਨੂੰ ਦੇਖ ਰਹੇ ਹੋ, ਤਾਂ ਕਿ ਸਾਨੂੰ ਮਜ਼ਾ ਆਵੇ ਦੇਖਣ ਦਾ। ਹੁਣ ਆਪਾਂ ਨਾਸਿਰ ਕੁਰੈਸ਼ੀ ਕਹਿੰਦੇ ਨੇ ਵੈਰੀ ਨਾਈਸ। ਰਾਮ ਰਾਮ ਅਵਤਾਰ ਕਹਿੰਦੇ ਨੇ ਰਾਮ ਜੀ ਹੀਅਰ, ਸਤਿ ਸ਼੍ਰੀ ਅਕਾਲ ਰਾਮ ਜੀ। उमर इकबाल भट्टी जी सलाम बोथ ऑफ यू। अजहर अब्बास जी कहते हैं वेरी नाइस। अरे अजहर अब्बास आप कहाँ गायब हो गए थे, बहुत टाइम के बाद नजर आए हैं। मैराथन तो आजकल लग नहीं रही। अजहर भाई मुझसे भी नहीं लग रही सर। उमर इकबाल जी अगेन हेलो कहते हैं। अमर जी बहुत सारे सत श्री अकाल कह रहे ये हैं। अमर कौन मान। विभा जी क्या बात, वन ऑफ द बेस्ट गजल, थैंक यू विभा। सॉरी आपके अभी पढ़ रही हूँ, पर मुझे लगा कि मैं उनको ना डिस्टर्ब करूँ, क्योंकि बीच में एक तो फंबल हो गया था, कैमरा लाइट चली गई थी, पता नहीं क्या हुआ था, तो वो हमारे 10 मिनट लूज हुए हैं। अदरवाइज इतने अच्छे आर्टिस्ट है तो हमारे लिए एक एक सेकंड उनका बहुत कीमती था, तो हमने सोचा कि उस समय का और टाइम का क्यों ना पूरा फायदा विभा चुका डियर जाए। थैंक यू सो मच इतने सारे हार्ट किसेस और इमोजीज भेजने के लिए। स्वाति जी थैंक यू। सोना खान थैंक यू सो मच, आप यूट्यूब पर भी कमेंट्स करते हैं, थैंक यू सो मच। नदीम अयाज थैंक्स फॉर ऑर्गेनाइजिंग ऑल लवली आर्टिस्ट, आई एम फ्रॉम दुबई। अरे वाह, thank you जी। इंज अपना शहर लिखा करो। और कोशिश यही है हमारी, कोशिश पंजाबी जी बोलेंगी, पंजाबी समझ आ रही है ना। कोशिश यही है कि अच्छे फनकार लेके आइए और अच्छा म्यूजिक थोड़े नाल साझा करिए, क्योंकि अच्छे फनकार कोरोना के टाइम ਦੇ ਵਿੱਚ ਫਿਲਹਾਲ ਮਿਲ ਪਾਣਗੇ, ਅਦਰਵਾਈਜ਼ ਇਹਨਾਂ ਨੂੰ ਟਿਕਟ ਲੈ ਕੇ ਤੁਹਾਨੂੰ ਦੇਖਣਾ ਪੈਂਦਾ ਹੈ, ਔਰ ਉਹ ਵੀ ਜ਼ਰੂਰੀ ਹੈ ਕਿਉਂਕਿ ਇਹ ਇਹਨਾਂ ਦਾ ਬ੍ਰੈਡ ਐਂਡ ਬਟਰ ਹੈ। ਫਿਲਹਾਲ ਜੇ ਤੁਸੀਂ ਟਿਕਟ ਨਹੀਂ ਲੈ ਸਕਦੇ, ਐਟਲੀਸਟ ਕਮੈਂਟ ਲਿਖ ਕੇ ਦਾਤ ਦੇ ਸਕਦੇ ਹੋ, ਕਿਉਂਕਿ ਆਰਟਿਸਟ ਜਿਹੜਾ ਹਰ ਪ੍ਰੋਗਰਾਮ 'ਚ ਕਹਿੰਦੇ ਦਾਤ ਦਾ ਜ਼ਿਆਦਾ ਭੁੱਖਾ ਹੈ ਪੈਸੇ ਨਾਲੋਂ। ਬਿਲਕੁਲ ਤੇ ਪਲੀਜ਼ ਦਾਤ ਦਿਓ, ਤੇ ਦਾਤ ਨਾਲ ਹੋਇਆ ਤੇ ਅਗਲੇ ਸੰਡੇ ਜਿਹੜਾ ਆਰਟਿਸਟ ਸਾਡੇ ਨਾਲ ਆ ਰਿਹਾ ਹੈ ਜੀ, ਇਸ ਸੰਡੇ ਜਿਹੜਾ ਆਰਟਿਸਟ ਸਾਡੇ ਨਾਲ ਆ ਰਹੇ ਨੇ ਸ਼ਬਨਮ, फेमस पाकिस्तानी प्लेबैक सिंगर है, और जी वो बचपन तो गाते आ रहे हैं, बड़ी अमेजिंग गल है। एक बार मैं साउंड टेस्ट भी करना कुलदीप गिल, क्योंकि मैनू किसी ने लिख के पाया साउंड अच्छी नहीं आ रही है। और मिनट में अगर तुसी शराफत अली जी कहते हैं आपका प्रोग्राम फॉलो करता हूँ, थैंक यू शराफत जी। इर्क जुलिका मनकतला लिख रही अर्पित परकशनिस्ट, ओके अर्पित ऑन तबला एंड सुरेंद्र खान जी गजल ड्यूओ इज अमेजिंग, मजा आ गया। आ रही है बात, सही आ रही है। थैंक यू जी, तानू मजा आया तो सानू भी मजा आएगा जी। और किसी ने ये भी लिख के डाला कि खान साहब की आवाज़ समझ नहीं आ रही, क्योंकि उन्होंने जो माइक्रोफोन सीगा ਉਹਦੇ 'ਚ ਐਕੋ ਸੀਗੀ, ਉਹ ਗਾਇਕੀ ਲਈ ਬਹੁਤ ਅੱਛਾ ਇਨਹੈਂਸ ਕਰਦਾ ਹੈ, ਲੇਕਿਨ ਅਗਰ ਉਹਦੇ 'ਚ ਗੱਲ ਕਰੋ ਤੇ ਉਹਦੇ 'ਚ ਮਜ਼ਾ ਨਹੀਂ ਆਉਂਦਾ। ਪਰ ਐਨੀਵੇਜ਼ ਅਸੀਂ ਗਾਇਕੀ ਦੀ ਹੀ ਉਹਨਾਂ ਦੀ ਮੈਂ ਚਾਹੁੰਦੇ ਸੀ ਕਿ ਹਾਈਲਾਈਟ ਹੋਵੇ। और शराफत भाई थैंक यू अगेन, आप अगर पहली बार आए हैं तो ज़रूर हमारे जो भी हमारे फेसबुक पर पहली बार आए हैं, मेक श्योर करें कि आप माई टीवी को सब्सक्राइब करें, क्योंकि बहुत अच्छे अच्छे फनकार आपके लिए लेकर आते हैं, और यूट्यूब को भी आप सब्सक्राइब करें। और कोशिश करें कि अपने दोस्तों को, अपने दोस्तों ਨੂੰ ਮਿੱਤਰਾਂ ਨੂੰ ਤੇ ਫੈਮਿਲੀ ਮੈਂਬਰਾਂ ਨੂੰ ਵੀ ਇਸ ਸ਼ੋਅ ਬਾਰੇ ਦੱਸਿਆ ਜਾਏ ਤੇ ਉਹ ਵੀ ਸੁਣ ਸਕਣ। ਤੇ ਔਰ ਦੱਸੋ ਕਿ ਤੁਹਾਡਾ ਕਿਹੜਾ ਫੇਵਰਿਟ ਸਿੰਗਰ ਹੈ। ਮੈਜੋਰਿਟੀ ਜਿਹੜੇ ਸਿੰਗਰ ਨੂੰ ਕਹੇਗੇ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਅਪਰੋਚ ਕੀਤਾ ਜਾਵੇ,
ਔਰ ਉਹਨਾਂ ਨੂੰ ਲੈ ਕੇ ਆਈਏ। ਸੋ ਲੋ ਜੀ, ਬਹੁਤ ਟਾਈਮ ਤੋਂ ਬਾਅਦ ਜਿਹੜੀ ਨੈਕਸਟ ਸਿੰਗਰ ਸਾਡੇ ਨਾਲ ਜੁੜ ਰਹੇ ਨੇ, ਫੀਮੇਲ ਆਰਟਿਸਟ ਨੇ ਜੀ। ਤੇ ਮੈਂ ਕਹਾਂਗੀ ਫੀਮੇਲ ਲਈ ਬੜਾ ਟਫ ਹੁੰਦਾ ਹੈ ਕਿ ਸਪੈਸ਼ਲੀ ਅਗਰ ਬਚਪਨ ਤੋਂ ਗਾਉਂਦੀ ਆ ਰਹੀ ਹੈ, ਫਿਰ ਉਸ ਚੀਜ਼ ਨੂੰ ਮੇਨਟੇਨ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ। ਉਹਨਾਂ ਦੀ ਖਾਸੀਅਤ ਜੀ ਰੇਡੀਓ ਤੋਂ ਸ਼ੁਰੂ ਕਰਕੇ ਮੁੜ ਕੇ ਪਲੇਬੈਕ ਸਿੰਗਿੰਗ ਮੂਵੀਜ਼ ਵਾਸਤੇ, ਪਾਕਿਸਤਾਨ ਮੂਵੀ ਟਾਕਿੰਗ ਅਬਾਊਟ ਪਾਕਿਸਤਾਨ ਪਲੇਬੈਕ ਸਿੰਗਰ। ਤੇ ਸ਼ਬਨਮ ਮਜੀਦ ਜੀ, ਉਹਨਾਂ ਨਾਲ ਮੈਂ ਬਹੁਤ ਹੀ ਕਹਿ ਲਓ ਨਾ ਕਿ ਤਹਿ ਦਿਲ ਤੋਂ ਵੈਲਕਮ ਕਰਾਂਗੇ ਉਹਨਾਂ ਦਾ, ਔਰ ਕੋਸ਼ਿਸ਼ ਇਹੀ ਹੈ ਕਿ ਅੱਛਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਇਆ ਜਾਏ। ਔਰ ਉਹਨਾਂ ਨੇ ਇੱਕ ਰੈਕਡ ਸੈੱਟ ਕੀਤਾ ਸੀ, ਉਹ ਤੁਹਾਨੂੰ ਸਾਂਝਾ ਕਰਾਂਗੀ। ਫਿਊ ਡੇਜ਼ ਸੰਡੇ ਨੂੰ ਹੋ ਰਿਹਾ ਉਹਨਾਂ ਦਾ ਸ਼ੋਅ। ਸੋ ਅਗਸਤ 2 ਨੂੰ ਉਹਨਾਂ ਦਾ ਸ਼ੋਅ ਹੈ। ਤੇ ਮੈਨੂੰ ਸੀਗਾ ਕਿ ਈਦ ਦੇ ਐਂਡ ਜਿਹੜੇ ਪ੍ਰੋਗਰਾਮ ਨੇ, ਇੱਕ ਅੱਜ ਦਾ ਔਰ ਇੱਕ 2 ਤੇ ਉਹ ਐਸਾ ਦਾ ਖਾਸ ਮਹਿਮਾਨ ਹੋਣ ਜਿਹੜੇ ਕਿ ਤੁਹਾਨੂੰ ਵਾਕਈ ਈਦੀ ਮਿਲ ਜਾਏ ਤੁਹਾਨੂੰ ਸਾਰਿਆਂ ਨੂੰ। ਸੋ ਸਾਡੇ ਮਾਈ ਟੀਵੀ ਵੱਲੋਂ ਵਾਂਸ ਅਗੇਨ ਸਾਰਿਆਂ ਨੂੰ ਈਦ ਮੁਬਾਰਕ ਤੇ ਸਤਿ ਸ੍ਰੀ ਅਕਾਲ। ਤੇ ਔਰ ਫਿਰ ਮਿਲਣਾ ਤੁਹਾਨੂੰ ਸੰਡੇ 12 ਵਜੇ USA ਟਾਈਮ, 9 o'clock ਪਾਕਿਸਤਾਨ ਟਾਈਮ, 9:30 ਇੰਡੀਆ ਟਾਈਮ। ਹਾਂ, ਹੀ ਸੈਡ ਇਟ ਰਾਈਟ ਨਾਓ। ਸੋ ਲੋ ਜੀ, ਹੁਣ ਐਡਵਰਟਾਈਜ਼ ਦਾ ਟਾਈਮ ਆ ਗਿਆ। ਐਡਵਰਟਾਈਜ਼ਿੰਗ ਦੇਖੋ, ਔਰ ਅਗਰ ਤੁਸੀਂ ਆਪਣਾ ਕੋਈ ਸੌਂਗ, ਕੋਈ ਬਿਜ਼ਨਸ ਐਡਵਰਟਾਈਜ਼ ਕਰਾਉਣਾ ਹੋਏ, ਡੂ ਕੰਸੀਡਰ ਐਂਡ ਆਲਸੋ ਸਬਸਕ੍ਰਾਈਬ our Facebook page and YouTube channel to support each other। ਇਸ ਕਰੋਨਾ ਦੇ ਵਿੱਚ ਸਭ ਨੂੰ ਸਪੋਰਟ ਦੀ ਲੋੜ ਹੈ, ਔਰ ਇੱਕ ਦੂਸਰੇ ਨੂੰ ਅਸੀਂ ਇਸ ਤਰ੍ਹਾਂ ਹੀ ਸਪੋਰਟ ਕਰ ਸਕਦੇ ਵਿਦਾਊਟ ਸਪੈਂਡਿੰਗ ਐਨੀ ਮਨੀ, ਰਾਈਟ। ਸੋ ਲੋ ਜੀ, ਮੋਨੀ ਗਿੱਲ ਵੱਲੋਂ ਅਤੇ ਕੁਲਦੀਪ ਗਿੱਲ ਵੱਲੋਂ ਅਲਵਿਦਾ, ਸਤਿ ਸ਼੍ਰੀ ਅਕਾਲ, ਈਦ ਮੁਬਾਰਕ। ਸਤਿ ਸ਼੍ਰੀ ਅਕਾਲ। #8142. Email is romgastrologer@yahoo.com. Hi, my name is Kuldeep Gill. I'm broker of Sky Realty. The reason we are so successful because clients trust us. I've been doing this my whole life. My team is my wife, my office manager, and my agents. We look forward to earn your business, and we do speak your language. Thank you. चल कट ले चल हट ले चल भाग ले हर हर काला बाती कुर्र 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 काला बाती कुर्र। Ram G Astrologer. Everything begins with faith. We walk by faith, not by sight. Ram G is in the USA. Virginia, offers reliable and practical astrology solutions to all of life's problems. Confidentiality promise. Phone number is 571-551-8142. Email is romgastrologer@yahoo.com.